ਕਹਿੰਦਾ ਹਰਪਿੰਦਰ ਸਿੰਘ ਬਾਜਵਾ ਆਜੋ ਚਲੋ ਅੱਧੀ ਮਿੱਠੀ ਜਾਈ ਨਹੀਂ ਹੈ ਵਧੀਆ ਠੀਕ ਠਾਕ ਵਧੀਆ ਤੁਸੀਂ ਦੱਸੋ ਲਓ ਜੀ ਅੱਜ ਸਾਡੇ ਲਈ ਮੌਜੂਦ ਨੇ ਹਰਪਿੰਦਰ ਸਿੰਘ ਬਾਜਵਾ ਅਸੀਂ ਗੱਲ ਹੀ ਸਾਰਿਆਂ ਨੂੰ ਤੇ ਇਹ ਉਹਨੇ ਜਿਹੜੇ ਧੱਕੇ ਧੁੱਕੇ ਖਾ ਕੇ ਆਪਣੀ ਮਿਹਨਤ ਨਾਲ ਸਕਸੈਸਫੁਲ ਹੋ ਹੀ ਗਏ ਇੱਕ ਨਾ ਇੱਕ ਦਿਨ ਅੱਜ ਇਹਨਾਂ ਬਾਰੇ ਸੁਣਾਂਗੇ ਕਿਵੇਂ ਸਕਸੈਸਫੁਲ ਹੋਏ ਆਪਣੀ ਲਾਈਫ 'ਚ ਕੀ ਕੀ ਮੁਸ਼ਕਲਾਂ ਆਈਆਂ ਕੁਝ ਵੀ ਪਹਿਲਾਂ ਵੈਸੇ ਕਦੀ ਸੋਚਿਆ ਨਹੀਂ ਇਹ ਚੀਜ਼ ਨਹੀਂ ਲਾਈਫ ਦੇ ਕਿ- ਅੰਦਰ ਪਹਿਲਾਂ ਬੜੀ ਨਹੀਂ ਸੋਚਿਆ ਜਦੋਂ ਛੋਟੇ ਕਿ ਹੁੰਦੇ ਫੌਜ 'ਚ ਜਾਣਾ ਮੈਂ ਜਿੱਦਾਂ ਨਹੀਂ ਛੋਟੇ ਹੁੰਦੇ ਹੀ ਸ਼ੁਰੂ ਤੋਂ ਸੋਚਿਆ ਸੀ ਫੌਜ ਦੇ ਵਿੱਚ ਜਾਣਾ ਆ ਸੋਚਿਆ ਸੀ। ਸੋਚਿਆ ਸੀ ਅੱਛਾ ਮਤਲਬ ਮੈਂ ਗੋਲੀ ਚਲਾਉਣੀ ਗੋਲੀ ਗੋਲੀਆਂ ਸਮਝ ਲਓ ਵੀ ਲਾਈਕ ਮਤਲਬ ਯਾਨੀ ਕਿ ਜਿੱਦਾਂ ਕਈਆਂ ਨੂੰ ਹੁੰਦਾ ਨਾ ਕਿ ਉਹ ਵਰਦੀ ਦਾ ਬੜਾ ਹੁੰਦਾ ਕਿ ਯਾਰ ਵਰਦੀ ਪਾਉਣੀ ਹੈ ਕਦੇ ਸਟਾਰ ਲਾਉਣੇ ਇਹ ਮਤਲਬ ਉਹੀ ਚੀਜ਼ ਲੈ ਲਓ ਆਪਾਂ ਮਤਲਬ ਹਰ ਇੱਕ ਬੰਦੇ ਨੂੰ ਹਰ ਇੱਕ ਮਤਲਬ ਕੋਈ ਵੀ ਬੰਦਾ ਆ ਜੇ ਉਹਨੇ ਆਰਮੀ ਦੇ ਵਿੱਚ ਜਾਣਾ ਉਹਨੂੰ ਮੇਨ ਸ਼ੌਂਕ ਕੀ ਆ ਮੈਨੂੰ ਵਰਦੀ ਪਾਓ ਮੇਰਾ ਟੌਰ ਬਣੂਗਾ ਇਹ ਤੇ ਪਿੰਡ ਦੇ ਵਿੱਚ ਕਿਤੇ ਵੀ ਆ ਹਾਂ। ਇਹ ਗੱਲ ਨੂੰ ਲੈ ਕੇ ਹਰ ਇੱਕ ਬੰਦਾ ਚੱਲਦਾ ਹੈ ਹਾਂ ਟੋਰ ਹੈ ਪੂਰੀ ਪਿੰਡ ਪੂਰੀ ਕਦੋਂ ਦੀ ਗੱਲ ਗੱਲ ਕੁਝ ਅੱਜ ਤੋਂ 1947 1947 ਦੀ ਯਾਨੀ ਕਿ ਮੇਰਾ ਡੇਟ ਆਫ ਬਰਥ 1998 ਦਾ ਉਸ ਤੋਂ ਬਾਅਦ ਕੁਝ ਟਾਈਮ ਇਦਾਂ ਹੀ ਜ਼ਿੰਦਗੀ ਦਾ ਲੰਘਦਾ ਗਿਆ ਦੋਸਤ ਆ ਸਾਹਮਣੇ ਬੈਠਾ ਰਵਿੰਦਰ ਸਿੰਘ ਇਕੱਠੇ ਪੜ੍ਹੇ ਆ ਇਕੱਠੇ ਖੇਡਿਆ ਬੰਦਿਆ ਆ ਉਦੋਂ ਹੀ ਮਤਲਬ ਸਕੂਲ ਦੇ ਅੰਦਰ ਟੀਚਰਾਂ ਨੇ ਪੁੱਛਣਾ ਹਰ ਇੱਕ ਬੱਚੇ ਨੂੰ ਪੁੱਛਦੇ ਖੜਾ ਕਰਕੇ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਲਾਈਫ 'ਚ ਹਰ ਇੱਕ ਬੰਦੇ ਨੇ ਕਹਿੰਦੇ ਡਾਕਟਰ ਕਹਿੰਦੇ ਫੌਜੀ ਕਹਿੰਦੇ ਕੁਝ ਆਈ ਦੇ ਸਿੱਧੇ ਹੱਥ ਖੜਾ ਕਰਨਾ ਜੈਨ ਇਹ ਆਰਮੀ ਦੇ ਅੰਦਰ ਜਾਣਾ ਤੁਹਾਨੂੰ ਪਤਾ ਨਹੀਂ ਲੱਗਾ ਇਹਦਾ ਕੀ ਬੰਦਾ ਕੁਝ ਬੰਦਿਆਂ ਨੂੰ ਇਹ ਪਤਾ ਨਹੀਂ ਚੱਲਦਾ ਵੀ ਅਸੀਂ ਕੀ ਕਰਾਂਗੇ ਸਾਰੇ ਬੰਦਾ ਜਦੋਂ 10th ਹੋ ਜਾਂਦੀ ਉਹ ਕਹਿੰਦੇ +1 +2 ਕੀ ਰੱਖਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਚਾਹੁੰਦੇ ਜੀ ਹਰ ਇੱਕ ਬੰਦਾ ਸੋਚਦਾ ਅਸੀਂ BA ਕਰਾਂਗੇ ਬੇਟਾ ਆਪਾਂ ਸੋਚਿਆ ਵੀ ਆਰਮੀ 'ਚ ਜਾਣਾ ਅੱਛਾ ਸ਼ੁਰੂ ਤੋਂ ਹੀ ਇਹ ਮੈਂ ਮਤਲਬ ਜਾਨੀ ਕਿ ਸਾਡਾ ਜਿਹੜਾ ਸਾਰਾ ਪਰਿਵਾਰ ਹੀ ਸਾਰਾ ਡਰਾਈਵਰਾਂ ਦਾ ਟੋਟਲੀ ਫਾਦਰ ਨੇ 4 ਭਰਾ ਸੀ 4 ਦੀ ਡੈਥ ਹੋ ਚੁੱਕੀ ਹੈ ਤੇ ਸਾਰੇ ਡਰਾਈਵਰ ਹੀ ਮੋਸਟਲੀ ਤੇ ਮੈਂ ਨਹੀਂ ਚਾਹੁੰਦਾ ਵੀ ਮੈਂ ਹੀ ਅੱਗੇ ਜਾ ਕੇ ਡਰਾਈਵਰੀ ਕਰਾਂ ਵੀ ਜਾਨੀ ਕਿ ਸਾਡੇ ਪਰਿਵਾਰ ਦੀ ਜਿਹੜੀ ਜੂਨ ਬਦਲਦੀ ਹੈ ਜੂਨ ਬਦਲਣੀ ਚਾਹੁੰਦਾ ਹੈ ਮੈਂ ਤੇ ਉਹ ਬਦਲ ਗਈ ਅੱਜ ਦੇ ਸਮੇਂ ਅੰਦਰ ਜਿਹੜੀ ਚੀਜ਼ ਜੱਦੀ ਚੱਲਦੀ ਹੈ ਜੱਦੀ ਚੱਲਦੀ ਉਹਨੂੰ ਖਤਮ ਕਰਦਾ ਆ ਹੋ ਸਕਦਾ ਅੱਗੇ ਆਉਣ ਦੇ ਟਾਈਮ ਮੈਂ ਕੀ ਬੱਚਾ ਵੀ ਫੌਜੀਆਂ ਦਾ ਪਰਿਵਾਰ ਹੈ ਹਾਂ ਜਿਸ ਤਰੀਕੇ ਨਾਲ ਸਾਡੇ ਕਾਲੋ ਪਰਿਵਾਰ ਜਿੱਦਾਂ ਵੱਜਦੇ ਉਹਨਾਂ ਦਾ ਪਰਿਵਾਰ ਵੱਜਦਾ ਆ ਕਿੱਥੇ ਫੌਜੀਆਂ ਦਾ ਪਰਿਵਾਰ ਹੈ। ਨਹੀਂ ਠੀਕ ਹੈ ਤੇ ਉਸ ਤੋਂ ਬਾਅਦ ਜਿਉਂ 10th 9th 10th ਕੀਤੀ ਆ 10th ਕਰਨ ਤੋਂ ਬਾਅਦ ਪਤਾ ਲੱਗਾ ਭਰਤੀਆਂ ਹੋਣੀਆਂ ਆ ਏਜ ਹੋ ਗਈ 17.5 ਸਾਲ ਸਟਾਰਟਿੰਗ ਕੀਤੀ ਦੌੜ ਤੇ ਮੈਂ ਕੋਲ 2 ਸਾਲ ਪਹਿਲਾਂ 9ਵੀਂ ਚ ਦੌੜ ਸ਼ੁਰੂ ਕਰਦੀ ਸੀ ਦੌੜ ਕਰਦੇ ਟਾਈਮ ਰਨਿੰਗ ਕਰਦੇ ਟਾਈਮ ਬੰਦੇ ਨੇ ਕਹਿਣਾ ਤੇਰਾ ਸਰੀਰ ਇਦਾਂ ਦਾ ਆ ਮਰਨਾ ਜਾਈ ਧੁੱਪੇ ਦੌੜ ਲਾਉਣਾ ਆ ਮਰ ਜਾਏਗਾ ਪਾਣੀ ਦਿਹਾ ਦੀਏ ਫਲਾਂਟਿੰਗ ਬੜਾ ਲੋਕੀ ਕੁਝ ਜਾ ਕਰਦੇ ਆਹੀ ਗੱਲਾਂ ਕੰਮ ਆ ਗਈਆਂ ਇਹੀ ਗੱਲਾਂ ਮਨ ਦੇ ਅੰਦਰ ਹੀ ਵੀ ਯਾਰ ਜਿਹੜਾ ਬੋਲਦਾ ਬੋਲਣ ਦੇ ਕਰਦੇ ਕਰਦੇ ਤਾਂ ਰਨਿੰਗ ਸਟਾਰਟ ਕੀਤੀ ਆ ਤੇ ਭਰਤੀ ਵੇਖਣੀ ਜਾਣੀ ਪਹਿਲੀ ਭਰਤੀ ਵੇਖੀ ਆ ਪਹਿਲੀ ਭਰਤੀ ਜੀ ਹਮੇਸ਼ਾ ਲੱਗੇ ਨਾ ਨਾ ਪਹਿਲੀ ਵੇਖਣ ਦੀ ਵੇਖੀ ਵਾ ਅਜੇ ਪਹਿਲੀ ਵੇਖਣੀ ਭਰਤੀ ਕਿੱਦਾਂ ਦੀ? ਤੇ ਕਿੱਦਾਂ ਹੁੰਦੀ ਕੀ ਬਣਦਾ ਆ ਕੀ ਚੱਕਰ ਆ ਕੋ ਜਾਂਦੇ ਬੰਦੇ ਪਹਿਲੀ ਚ ਵੀ ਹੋ ਜਾਂਦੇ ਮੈਂ ਸੋਚਿਆ ਚੱਲ ਪਹਿਲੀ ਚ ਹੋ ਜਾਈਏ ਤਾਂ ਜ਼ਿਆਦਾ ਵਧੀਆ ਅੱਛਾ ਦੌੜ ਇੰਨੀ ਖਾਸ ਨਹੀਂ ਕੋਈ ਭਰਤੀ ਵੇਖਣ ਚੱਲ ਗਏ ਤੇ ਇੱਕ ਡੇਢ ਚੱਕਰ ਲਾਇਆ ਅੱਛਾ ਤੇ ਦੌੜ ਭਰਤੀ ਮੁੱਕ ਗਈ। ਭਰਤੀ ਮੁੱਕ ਗਈ ਡੇਢ ਚੱਕਰ ਨਹੀਂ ਲਾਇਆ ਡੇਢ ਚੱਕਰ ਲਾਇਆ ਮਤਲਬ ਆਪਣੇ ਲੋਕ 4 ਚੱਕਰ ਹੁੰਦੇ ਆ ਆਪਣੇ ਨੂੰ ਜਿੰਨੀ ਬੋਡੀ ਦੇ ਅੰਦਰ ਜਾਨ ਹੀ ਲਾਤੀ ਡੇਢ ਚੱਕਰ ਲਾਇਆ ਇਸ ਤਰੀਕੇ ਨਾਲ ਡੇਢ ਚੱਕਰ ਤੇ ਮੁੱਕ ਗਿਆ ਪਿੰਦਾ ਡੇਢ ਚੱਕਰ ਪਹਿਲੀ ਭਰਤੀ। ਖਲਾਸੀ ਹੋ ਗਈ ਪਹਿਲੀ ਭਰਤੀ ਚ ਅੱਛਾ ਚਲੋ ਕੋਈ ਗੱਲ ਨਹੀਂ ਸਾਰਿਆਂ ਨੇ ਕਿਹਾ ਪਹਿਲੀ ਭਰਤੀ ਆ ਆਉਦਾ ਜੋਸ਼ ਆਉਦਾ ਜੋਸ਼ ਕੋਈ ਗੱਲ ਨਹੀਂ ਕੰਮ ਆਊਗਾ ਅੱਗੇ ਜਾ ਕੇ ਕੰਮ ਚੱਲਦਾ ਰਿਹਾ ਭਰਤੀ ਚ ਪੈਸੇ ਵੀ ਉਹਦੇ ਨੇ ਕਹਿੰਦੇ ਮਾਰੇ ਫੋਰਮ ਤੇ ਫ੍ਰੀ ਹੁੰਦਾ ਸਾਰਾ ਫਾਰਮ ਦੇ ਪੈਸੇ 100 ਰੁਪਏ ਲੱਗਦਾ ਹੈ ਬਾਕੀ free ਹੁੰਦਾ। ਬਾਕੀ ਫ੍ਰੀ ਹੁੰਦਾ ਹੈ ਕਿੱਥੇ ਹੁੰਦੀ ਕਿਤੇ ਖਾਸੇ ਹੁੰਦੀ ਆ ਅੰਮ੍ਰਿਤਸਰ ਖਾਸੇ ਠੀਕ ਹੈ ਤੇ ਉਸ ਤੋਂ ਬਾਅਦ ਰਨਿੰਗ ਚੱਲਦੀ ਸੀ ਐਫਰਟ ਚੱਲਦਾ ਰਿਹਾ ਲੋਕਾਂ ਨੇ ਦੁਪਹਿਰ ਸੌਣਾ ਤੇ ਮੈਂ ਦੁਪਹਿਰ ਦੌੜ ਲਾਉਣੀ 4:30 ਜੂਨ ਜੁਲਾਈ ਦੇ ਅੰਦਰ ਤੇ ਕਈਆਂ ਨੇ ਬੰਦੇ ਨੂੰ ਕਾਲ ਕਰਨਾ ਵੀ ਅੰਦਰ ਖੂਨ ਨਾ ਪੈ ਜੇ ਕੋਈ ਬਿਮਾਰ ਨਾ ਜੀ ਮਤਲਬ ਬੰਦੇ ਇਸ ਤਰੀਕੇ ਨਾਲ ਡੈਥ ਵੀ ਹੋ ਚੁੱਕੀ ਇੱਕ ਦੋ ਮੁੰਡਿਆਂ ਦੀ ਦੌੜ ਲਾਉਂਦੇ ਟਾਈਮ 2 ਵਜੇ ਕੋਈ ਪਰਸਨ ਨੇ ਡੈਥ ਲਾਈ ਮੁੰਡਿਆਂ ਨੂੰ ਦੌੜ ਲਈ ਜਿਹਨਾਂ ਡੈਥ ਹੋ ਚੁੱਕੀ ਹੈ ਤੇ ਤਾਂ ਕਰਕੇ ਫਿਰ ਇਦਾਂ ਕਰਦੇ ਕਰਦੇ ਅਗਲੀ ਭਰਤੀ ਆਈ ਫਿਰ ਅਗਲੀ ਭਰਤੀ ਜਿਹੜੀ ਸੇਮ ਕੰਡੀਸ਼ਨ ਟਾਈਮ ਚੜਿਆ ਨਹੀਂ ਮਿਹਨਤ ਲਾਉਂਦੇ ਆ ਟਾਈਮ ਚੜ੍ਹਨ ਨਹੀਂ ਡਿਆ ਕਲੀਅਰ ਨਹੀਂ ਹੋ ਪਾਉਂਦੇ ਆਰਮੀ ਦਾ ਟਾਈਮ
ਆਪਣੀ ਪਿੰਡ ਵਾਲੀ ਗਰਾਊਂਡ ਟਾਈਮ ਹੁੰਦਾ ਆ 5 ਮਿੰਟ 35 ਸੈਕਿੰਡ 40 ਸੈਕਿੰਡ ਵੀ ਹੁੰਦਾ ਆ ਮੋਸਟਲੀ 40 ਸੈਕਿੰਡ ਹੁੰਦਾ ਆ ਪਰ ਦਿੰਦੇ ਚੱਕਰ ਕਿੰਨੇ ਮਤਲਬ ਚੱਕਰ 4 ਹੁੰਦੇ ਆ 400 ਮੀਟਰ ਦਾ ਗਰਾਊਂਡ ਹੁੰਦਾ 1600 ਮੀਟਰ 1.5 ਕਿਲੋਮੀਟਰ ਹੋ ਗਿਆ 1600 ਮੀਟਰ ਯਾਨੀ 1.5 ਕਿਲੋਮੀਟਰ 100 ਮੀਟਰ ਬਾਅਦ ਉੱਥੇ ਫਿਰ ਦੁਬਾਰਾ ਵੇਖਣਗੇ ਫਿਰ 1.5 ਚੱਕਰ ਲੱਗਾ ਫਿਰ ਵੇਖ ਕੇ ਆ ਗਏ ਫਿਰ ਵੇਖ ਕੇ ਆ ਗਏ ਫਿਰ 1.5 ਚੱਕਰ ਲੱਗਾ ਤੇ ਮੈਂ ਗਿਆ ਪਰ ਨਹੀਂ ਮੈਂ ਇਹ ਤੋਂ ਬਾਅਦ ਚ ਗਿਆ ਨਹੀਂ ਵੇਖਣ ਹੀ ਗਿਆ ਬਸ ਇਹਨੇ ਉਦੋਂ ਵੇਖੀ ਹੈ ਜਦੋਂ ਮੈਂ ਮੇਰੀ ਦੂਜੀ ਭਰਤੀ ਨਹੀਂ ਦੂਜੀ ਨਹੀਂ ਉਦੋਂ ਮੈਂ ਫਿਲਹਾਲ ਕੋਈ ਹੋਰ ਕੰਮ 'ਚ ਚੱਲ ਗਿਆ ਸੀ ਜਦੋਂ ਇਹਨੇ ਪਹਿਲੀ ਭਰਤੀ ਵੇਖੀ ਹੈ ਉਸ ਤੋਂ ਬਾਅਦ ਇਹਦਾ ਮੇਰਾ ਦੋਸਤ ਸੀ ਉਹ ਕਹਿੰਦਾ ਵੀ ਆ ਜਾ ਮਤਲਬ ਮੈਂ ਸੋਚਿਆ ਭਰਤੀ ਕੀ ਪਤਾ ਹੋ ਨਹੀਂ ਹੋਣਾ ਦੌੜ ਨਿਕਲ ਨਹੀਂ ਰਹੀ ਤੇ ਮੇਰਾ ਮਨ ਡੋਲ ਗਿਆ ਮੇਰਾ ਦੋਸਤ ਆਂਦਾ ਵੀ ਆ ਜਾ ਭਰਤੀ ਵੇਖਣ ਤੋਂ ਬਾਅਦ ਥੋੜੇ ਟਾਈਮ ਬਾਅਦ ਵੀ ਆ ਜਾ ਜਲੰਧਰ ਬੜੀ ਵਧੀਆ ਇੱਕ ਜੋਬ ਹੈ ਮੈਂ ਉਹਦੇ ਜੋਬ ਦੇ ਚੱਕਰ 'ਚ ਚੱਲ ਗਿਆ ਕੰਮ ਨੈਟਵਰਕਿੰਗ ਮਾਰਕੀਟਿੰਗ ਦਾ ਠੀਕ ਹੈ ਕਰਨ ਤੋਂ ਬਾਅਦ ਉਹ ਸਾਲ ਕੁ ਕੀਤਾ ਤੇ ਮੇਰੀ ਤੀਸਰੀ ਭਰਤੀ ਆ ਗਈ ਕੰਪਨੀ ਕਿਹੜੀ ਕੰਪਨੀ ਡੀਪੀ ਡਾਇਨਾਮਿਕ ਬੈਨੀਫੀਸ਼ੀਅਲ ਅਕਾਊਂਟ ਡੀਪੀ ਕੰਪਨੀ ਇਹ ਕੰਮ ਕੱਪੜੇ ਦਾ ਬ੍ਰਾਂਡ ਦਾ ਕੰਮ ਕਰਦੀ ਹੈ ਉਹ ਕੱਪੜਿਆਂ ਦਾ ਬੜਾ ਰੌਲਾ ਪਿਆ ਬ੍ਰਾਂਡ ਦਾ ਕੰਮ ਕਰਦੀ ਹੈ ਆਰਸੀਐਮ ਵੀ ਹੁੰਦੀ ਹੈ ਤੇ ਉਸ ਤੋਂ ਬਾਅਦ ਉੱਥੇ ਕੋਈ ਪੈਸੇ ਪੂਸੇ ਲੱਗੇ ਉਹ ਫਿਰ ਕੰਮ ਚੱਲਿਆ ਨਹੀਂ ਆ ਗਏ ਵਾਪਸ ਯਾਰ ਇਹ ਵੈਸੇ ਮੈਂ ਇੱਕ ਚੀਜ਼ ਦੇਖੀ ਆ ਇਹ ਵੀ ਚੱਲਣ ਤੋਂ ਵਿੱਚ ਕੋਈ ਚੱਕਰ ਨਹੀਂ ਆ ਤੇ ਆ ਗਏ ਬੇਵਕੂਫ ਬਣਾਉਣ ਵਾਲਾ ਕੰਮ ਬੇਵਕੂਫ ਬਣਾਉਣ ਵਾਲਾ ਇਹ ਵਾਲਾ ਕੰਮ ਬੇਵਕੂਫ ਉਸ ਤੋਂ ਬਾਅਦ ਦੁਬਾਰਾ ਭਰਤੀ ਆਈ ਤੀਸਰੀ ਭਰਤੀ ਸੀ ਮੇਰੀ ਫਿਰ ਦੁਬਾਰਾ ਆ ਕੇ ਰਨਿੰਗ ਲਾਈ ਮੇਨ ਪ੍ਰੋਬਲਮ ਆਉਂਦੀ ਮੇਰੀ ਬੋਡੀ ਦੇ ਅੰਦਰ ਨਾ ਲੱਤ ਨੂੰ ਦਰਦ ਨਹੀਂ ਆਉਂਦੀ ਜੀ ਅੱਛਾ ਤੇ ਕਦੀ ਕਿਤੇ ਮੱਥਾ ਟੇਕ ਕਦੀ ਓਵਰ ਤੇ ਮੱਥਾ ਟੇਕ ਕਿਦੋਂ ਹੀ ਆਰਾਮ ਨਹੀਂ ਮਿਲਿਆ ਚੀਕਾਂ ਵੀ ਕਢਾਈਆਂ ਬਟਾ ਲਿਓ ਚੀਕਾਂ ਵੀ ਕਢਾਈਆਂ ਸਾਨੂੰ ਵੀ ਉੱਥੇ ਚੈੱਕ ਲਈ ਗਏ ਜਦੋਂ ਚੈੱਕ ਲਈ ਗਏ ਤਾਂ ਜਿਹੜਾ ਰੋਡ ਤੇ ਲਿਖਿਆ ਹੁੰਦਾ ਵਾ ਔਰ ਆਵਾਜ਼ ਕਰਦਾ ਹੈ 12 ਫੁੱਟ ਦੂਰ ਆਵਾਜ਼ ਆਉਂਦੀ ਨਹੀਂ ਇਹ ਤਾਂ ਕਹਿੰਦਾ ਜਿੰਨੀ ਕਿ ਜਾਣ ਹੈਗੀ ਸਾਲੇ ਹੋ ਗਏ ਕਰਦੇ ਮਤਲਬ ਮੋਮਬੱਤੀਆਂ ਜਗਾ ਕੇ ਨਾ ਲੱਕ ਦੇ ਉੱਤੇ ਤੇ ਕੋਲੀ ਮਤਲਬ ਕੱਚ ਦੀਆਂ ਏਡੀਆਂ ਹੁੰਦੀਆਂ ਵਾ ਆਹੋ ਉਹ ਖਿੱਚਦਾ ਸੀ ਤੇ ਉਹਨਾਂ ਫਿਰ ਜਦੋਂ ਖਿੱਚਦਾ ਤੇ ਮਾਸ ਖਿੱਚਣਾ ਤੇ ਆਵਾਜ਼ਾਂ ਤਾਂ ਨਿਕਲਣੀਆਂ ਆਲੇ ਬੰਦੇ ਦੀਆਂ ਨਿਕਲ ਜਾਂਦੀਆਂ ਤੇ ਉਹ ਨਹੀਂ ਦਰਦ ਢੀ ਤੇ ਤੀਸਰੀ ਭਰਤੀ ਵੇਖੀ ਤੀਸਰੀ ਨਹੀਂ ਹਾਂ ਉਸ ਤੋਂ ਬਾਅਦ ਉਹ ਭਰਤੀ ਲੰਘੀ ਉਸ ਤੋਂ ਬਾਅਦ ਮੈਂ ਫਾਰਮ ਭਰੇ ਬੀਐਸਐਫ ਦੇ ਫਿਰ ਮੈਂ 5 ਕਿਲੋਮੀਟਰ ਦੌੜ ਲਾਉਣੀ ਸ਼ੁਰੂ ਕੀਤੀ ਬੀਐਸਐਫ ਦੀ ਤਿਆਰੀ ਕੀਤੀ 5 ਕਿਲੋਮੀਟਰ ਦੌੜ ਪਹਿਲਾਂ ਆ ਗਿਆ ਟੈਸਟ ਦਿੱਤਾ ਟੈਸਟ ਚੋਂ ਕਹਿੰਦੇ ਵੀ ਅਗੇ 35 ਨੰਬਰ ਤੋਂ ਚੱਲ ਜਾਣੀ ਹੈ ਮੈਰਿਟ ਚੱਲ ਜਾਣੀ ਹੈ 100 ਚੋਂ 35 ਚੋਂ ਚਲੋ ਆਪਾਂ ਠੀਕ ਹੈ ਚਲ ਕੋਈ ਗੱਲ ਨਹੀਂ ਚੱਲ ਜੂਗੀ ਤੇ 35 ਤੋਂ ਤੇ ਨੰਬਰ ਆ ਹੀ ਜਾਣੇ ਆ ਨੰਬਰ ਆਏ ਜਾ ਕੇ 45 ਮੈਰਿਟ ਚੱਲ ਗਈ 50 ਤੋਂ ਹਾਂ 50 ਤੋਂ ਮੈਰਿਟ ਚੱਲ ਗਈ 50 ਵਾਲੇ ਬੰਦੇ ਚੁੱਕੇ ਗਏ ਆਪਾਂ ਫੇਰ ਰਹਿ ਗਏ ਮੈਰਿਟ ਦਾ ਕੀ ਹਿਸਾਬ ਦਾ ਹੁੰਦਾ ਨਾ ਨਹੀਂ ਸਮਝ ਲੱਗਾ ਮੈਨੂੰ ਮੈਰਿਟ ਮਤਲਬ ਡਿਟੇਲ ਕੱਢਦੇ ਉਹਨਾਂ ਦਾ ਬਾਇਓਡਾਟਾ ਕੱਢਦੇ ਜਿੰਨੇ ਕੁ ਉਹਨਾਂ ਨੂੰ ਬੰਦੇ ਚਾਹੀਦੇ ਤੇ ਮੈਰਿਟ ਮੁੰਡੇ ਦਾ ਜਿੱਦਾਂ ਮੰਨ ਲਓ 2000 ਬੰਦੇ ਨੇ ਟੈਸਟ ਦਿੱਤਾ 2000 ਬੰਦੇ ਦੇ ਵਿੱਚੋਂ 1500 ਬੰਦਾ ਪਾਸ ਆ 1500 ਬੰਦੇ ਦੇ ਵਿੱਚੋਂ 1000 ਬੰਦੇ ਦੀ ਮੈਰਿਟ ਬਣਾਤੀ ਹੈ ਜਿਨ੍ਹਾਂ ਦਾ ਨੰਬਰ ਮਤਲਬ ਬਾਕੀ ਬੰਦਿਆਂ ਨੂੰ ਘੱਟ ਨੰਬਰ ਆ ਉਹ ਥੱਲੇ ਉਡਾ ਦੇਣੇ ਆ ਜਿਹੜੇ ਉੱਤੇ ਬਰਾਬਰ ਨੰਬਰ ਉਹ ਰੱਖ ਲੈਣੇ ਉਹ ਮੈਰਿਟ ਬਣ ਗਈ ਵੀ ਜਿੱਦਾਂ ਮੰਨ ਲਓ 50% ਬੰਦਿਆਂ ਨੇ 50 ਨੰਬਰ ਚੱਲਣ ਦੇ ਤੇ 50 ਆਈ ਜਾਂਦੇ ਉਹ 50 ਮੈਰਿਟ ਬਣ ਜਾਣੀ ਅੱਛਾ ਇਹ ਤਾਂ ਮੈਰਿਟ ਬਣ ਗਈ ਉਸ ਤੋਂ ਬਾਅਦ ਬਾਅਦ ਜਿੱਦਾਂ ਐਵਰੇਜ ਨੰਬਰ ਆ ਉਹ ਮੈਰਿਟ ਬਣਾਤੀ ਉਸ ਤੋਂ ਬਾਅਦ ਬਾਕੀ ਉਹਨਾਂ ਤੇ ਵੀ ਡਿਪੈਂਡ ਹੁੰਦਾ ਜਿਹੜੇ ਭਰਤੀ ਕੱਢਦੇ ਆ ਅੱਛਾ ਉਸ ਤੋਂ ਬਾਅਦ ਮੈਂ CIS ਦੀ ਤਿਆਰੀ ਕੀਤੀ 2 ਮਹੀਨੇ ਉਹਦੀ ਟਿਊਸ਼ਨ ਪੜ੍ਹੀ ਬੜਾ ਮੈਥ ਤੇ ਜ਼ੋਰ ਦਿੱਤਾ ਵਗੈਰਾ ਉਹਦੀ ਵੀ ਰਨਿੰਗ 5 ਕਿਲੋਮੀਟਰ ਹੀ ਠੀਕ ਆ ਉਸ ਤੋਂ ਬਾਅਦ ਉਹਦਾ ਟੈਸਟ ਦੇਣਾ ਹੀ ਐਡਮਿਨ ਕਾਰਡ ਕਢਾਉਣਗੇ ਐਡਮਿਨ ਕਾਰਡ ਨਹੀਂ ਨਿਕਲੇ ਹੋਣਗੇ ਫਿਰ ਮੈਂ ਵੇਖਾਂ ਕਿ ਹੁਣ ਕੀ ਕਰਾਂ ਏਜ ਲੰਘਦੀ ਜਾਂਦੀ 1 ਸਾਲ ਰਹਿ ਗਿਆ 1 ਸਾਲ ਭਰਤੀ 'ਚ ਰਹਿ ਗਿਆ ਫਿਰ ਦੁਬਾਰਾ ਮੈਂ ਆਪਣੇ ਪਿੰਡ ਨੂੰ ਛੱਡਿਆ ਪਿੰਡ ਨੂੰ ਛੱਡਣ ਤੋਂ ਬਾਅਦ 8.5 ਕਿਲੋਮੀਟਰ ਇੱਧਰ ਕੋਟਲਾ ਸਿੰਘਾਂ ਪਿੰਡ ਪੈਂਦਾ ਆ ਤੇ ਮੈਂ ਉੱਥੇ ਜਾ ਕੇ ਦੌੜ ਲਾਉਣੀ ਸ਼ੁਰੂ ਕੀਤੀ ਉੱਦਾਂ ਵੈਸੇ ਮੈਂ ਆਪਣੀ ਗਰਾਊਂਡ ਛੱਡ ਕੇ ਘੁੰਮਣ ਵਾਲੀ ਗਰਾਊਂਡ 'ਚ ਜਾਣਾ ਨਹੀਂ ਪਰ ਇੱਕ ਦਿਨ ਉਹਨਾਂ ਨੇ ਘੁੰਮਣ ਵਾਲਿਆਂ ਨੇ ਟਰੈਕ ਲਾਤਾ ਟਰੈਕ ਹੋਣ ਤੋਂ ਬਾਅਦ ਮੈਂ ਉੱਥੋਂ ਆਪਣਾ ਬਾਈਕ ਫੜੀ ਸਿੱਧਾ ਉੱਥੇ ਗਿਆ ਉੱਥੇ ਜਾ ਕੇ ਜਦੋਂ ਮੁੰਡਿਆਂ ਨੂੰ ਮਿਲਿਆ ਉੱਥੇ ਸੁਣਿਆ ਸੀ ਨਾਮ ਬੜਾ ਵੀ ਦੌੜ ਮੁੰਡਿਆਂ ਦੀ ਬਹੁਤ ਜ਼ਿਆਦਾ ਆ ਮੈਂ ਉਹਨਾਂ 'ਚ ਰਲਿਆ ਉਹਨਾਂ ਨੇ 4:30 ਦਾ ਟਾਈਮ ਦੇਣਾ ਸਵੇਰ ਦਾ ਵੀ 4:30 ਹੀ ਤੇ ਸ਼ਾਮ ਦਾ ਵੀ 4:30 ਹੀ ਸਵੇਰੇ 2:30 ਵਜੇ ਉੱਠਣਾ ਨਿਤਨੇਮ ਕਰਨਾ ਇਸ਼ਨਾਨ ਕਰਕੇ ਨਿਤਨੇਮ ਕਰਨਾ ਉਸ ਤੋਂ ਬਾਅਦ 3:30 ਪੌਣੇ 4 ਵਜੇ ਨਿਕਲ ਜਾਣਾ ਗਰਾਊਂਡ ਨੂੰ ਮੂੰਹ ਬੰਨ ਕੇ ਨਿਕਲ ਜਾਣਾ 8.5 ਕਿਲੋਮੀਟਰ ਹੀ ਹਨੇਰਾ ਹੁੰਦਾ ਸੀ ਡਰ ਵੀ ਹੁੰਦਾ ਕਿ ਕੋਈ ਨਾ ਕੋਈ ਡਰਾਂ 'ਚ ਪੈਣਾ ਜਾਏ ਕਿਰਪਾਨ ਰੱਖੀ ਹੁੰਦੀ ਕੋਲ ਤੇ ਚੱਲ ਜਾਣਾ
6-6:30 ਵਜੇ ਤੱਕ ਉੱਥੇ ਦੌੜ ਲੱਗਣੀ ਪੂਰੇ ਜੋਰਾਂ ਨਾਲ ਪੂਰੇ ਹਨੇਰੀਆਂ ਆਉਣੀਆਂ ਸਵੇਰੇ ਉਸਤਾਦ ਨੇ ਜਿੱਦਾਂ ਕਹਿਤਾ ਭੱਜ ਲਓ 10-20 ਕਿਲੋਮੀਟਰ ਇੱਦਾਂ ਹੀ ਭਜਾਈ ਜਾਣਾ ਉਹਨੇ ਐਫਰਟ ਲਾਉਣਾ ਸੈੱਟ ਲੱਗਣੇ 400 ਮੀਟਰ ਦੇ 800 ਮੀਟਰ ਦੇ 1600 ਮੀਟਰ ਦੇ 1200 ਮੀਟਰ ਦੇ ਸੈੱਟ ਲੱਗਣੇ ਮਤਲਬ ਯਾਨੀ ਕਿ ਬਹੁਤ ਖੂਨ ਪਸੀਨਾ ਸਵੇਰੇ ਉਹਨੇ ਜੋੜਨਾ ਫਿਰ ਸ਼ਾਮ ਨੂੰ 4:30 ਦਾ ਟਾਈਮ ਹੀ ਜੂਨ ਜੁਲਾਈ ਦਾ ਉਦੋਂ ਮਈ ਦੇ ਮਹੀਨੇ ਦੀ ਗੱਲ ਹੈ ਜਿਹੜੀ ਇੰਨੀ ਗਰਮੀ ਹੋ ਜਾਂਦੀ ਮਈ ਦੇ ਮਹੀਨੇ 5 ਵਜੇ ਅਸੀਂ ਦੌੜ ਸ਼ੁਰੂ ਕਰਦੇ ਹਾਂ ਲੋਕ ਏਸੀਆਂ ਬੈਠੇ ਹੁੰਦੇ ਪੱਖੋਂ ਸਮਝ ਨਹੀਂ ਨਿਕਲਦਾ ਵੀ ਪੱਖੇ ਥੱਲੇ ਬੈਠਾ ਹੁੰਦਾ ਆਰਾਮ ਨਾਲ ਟੀਵੀ ਕੰਢੇ ਦਾ 5 ਵਜੇ ਦੌੜ ਸ਼ੁਰੂ ਕਰ ਦਿੰਦੇ ਆ ਸ਼ਾਮੀ ਤੇ ਖੂਨ ਪਸੀਨਾ ਐ ਪੂਰਾ ਨਿਚੋੜਦਾ ਪੂਰਾ ਪਸੀਨਾ ਆਉਂਦਾ ਤਾਂ ਤੇ ਪੂਰਾ ਨੁੱਚੜ ਕੇ ਆਉਣਾ ਐਕਸਰਸਾਈਜ਼ਾਂ ਲਾਉਣੀਆਂ ਆਣ ਕੇ ਤੇ ਕਈ ਵਾਰ ਵਰਕ ਹੁੰਦਾ ਹੈ ਬੁੱਧਵਾਰ ਕ੍ਰਾਸ ਕੰਟਰੀ ਲੱਗਦੀ ਹੁੰਦੀ ਸੀ ਰੋਡ ਤੇ ਕ੍ਰਾਸ ਕੰਟਰੀ ਇਸ ਹਿਸਾਬ ਨਾਲ ਲੱਗਣੀ 10 ਕਿਲੋਮੀਟਰ ਲੱਗਣੀ 10 ਕਿਲੋਮੀਟਰ ਦੇ ਅੰਦਰ ਸਾਡੇ ਉਸਤਾਦ ਨੇ ਸਾਨੂੰ 3 ਕਿਲੋਮੀਟਰ ਦੀ ਲੀਡ ਪਾ ਕੇ ਤੋੜ ਦੇਣਾ ਆਪਾਂ ਵੀ ਜਾਣਾ ਮਗਰ ਇਹ ਨਹੀਂ ਆ ਵੀ ਪਰ ਉਹ ਉਸਤਾਦ ਹੁੰਦਾ ਕਿਉਂਕਿ ਉਹ ਜਿਹੜਾ ਚੇਲਿਆਂ ਨਾਲੋਂ ਜ਼ਿਆਦਾ ਉਹਨੇ ਜ਼ਿਆਦਾ ਭੱਜਣਾ ਸਾਡੇ ਨੂੰ ਫਿਰ ਵੀ ਰਨਿੰਗ ਠੀਕ ਹੁੰਦੀ ਗਈ ਫਿਰ ਇੱਕ ਦਿਨ 1600 ਮੀਟਰ ਦਾ ਟਾਈਮ ਲੱਗਾ ਯਾਨੀ ਕਿ ਮੇਰਾ 6 ਮਿੰਟ ਤੋਂ ਟਾਈਮ ਨਹੀਂ ਕਦੇ ਟੁੱਟਿਆ 1600 ਮੀਟਰ ਦਾ ਇੱਕ ਟਾਈਮ ਲੱਗਾ 5:28 ਆਇਆ ਤੇ ਭਰਤੀ 'ਚ ਰਹਿ ਗਏ ਸਿਰਫ 3 ਹਫ਼ਤੇ ਮੈਂ ਯਾਰ ਟਾਈਮ ਫੇਰ ਨਹੀਂ ਟੁੱਟਣ ਡਿਆ 5:28 ਆਇਆ 5:33 ਉੱਥੇ ਦਿੰਦੇ ਆ ਤੇ ਯਾਨੀ ਕਿ ਉੱਥੇ ਉੱਦਾਂ ਵੀ ਟਾਈਮ ਚੜ੍ਹਦਾ ਹੈ ਗਰੁੱਪ ਦੇ ਵਿੱਚ ਦੌੜਨ ਦੇ ਨਾਲ ਫਿਰ ਮੈਂ ਲਾਉਂਦਾ ਗਿਆ ਮਿਹਨਤ ਲਾਉਂਦਾ ਗਿਆ ਜਦੋਂ ਹਫ਼ਤਾ ਰਹਿ ਗਿਆ ਹਫ਼ਤਾ ਪਹਿਲਾਂ ਸੈੱਟ ਸਟਾਰਟ ਹੋ ਗਏ ਫਾਸਟ ਰਨਿੰਗ ਦੇ ਉਹ ਤੋਂ ਪਹਿਲਾਂ ਇੱਕ ਵਾਰੀ 1600 ਮੀਟਰ ਲੱਗਣੀ 1600 ਮੀਟਰ ਲੱਗੀ ਸਵੇਰੇ 4:30 ਤੋਂ 5 ਦੇ ਅੰਦਰ ਲੱਗੀ ਉਹਦੇ ਵਿੱਚ ਟਾਈਮ ਜਿਹੜਾ ਆਇਆ 5 ਮਿੰਟ ਤੇ 12 ਸੈਕਿੰਡ ਆਇਆ ਜਿਹੜਾ ਮੇਰਾ ਟਾਈਮ ਆਇਆ 5 ਮਿੰਟ ਤੇ 12 ਸੈਕਿੰਡ ਕੁਝ ਮੁੰਡਿਆਂ ਦਾ 5:20 ਆਇਆ ਕੁਝ ਮੁੰਡਿਆਂ ਦਾ 5:10 ਆਇਆ ਕੁਝ ਦਾ ਕਿਸੇ ਦਾ 5 ਮਿੰਟ ਆਇਆ ਤੇ ਉਸਤਾਦ ਸਾਡੇ ਨੇ ਕਦੀ 1600 ਮੀਟਰ ਨਹੀਂ ਲਾਈ ਉਹਨੇ ਸਿਰਫ 1200 ਮੀਟਰ ਲਾਉਣੀ ਉਹਨੇ 1200 ਮੀਟਰ ਬਾਅਦ ਉਹਦੇ 4 ਮਿੰਟ 12 ਸੈਕਿੰਡ ਵਾਲੀ ਲਾ ਦੇਣੀ ਛੋਟੀ ਤਗੜੀ ਦੌੜੀ ਤੇ ਕਰਦੇ ਭਰਤੀ ਨੇੜੇ ਆ ਗਈ ਭਰਤੀ ਆਉਣ ਤੋਂ ਪਹਿਲਾਂ 6 ਅਕਤੂਬਰ ਨੂੰ ਮੇਰੇ ਫਿਜ਼ੀਕਲ ਪ੍ਰੋਬਲਮ ਪੈ ਗਈ ਲੱਤ ਦੇ ਵਿੱਚ ਫਿਰ ਲੱਤ ਦੇ ਵਿੱਚ ਫਿਜ਼ੀਕਲ ਪ੍ਰੋਬਲਮ ਪੈ ਗਈ ਯਾਨੀ ਕਿ 4-5 ਦਿਨ ਰਹਿ ਗਏ 12 ਨੂੰ ਮੇਰੀ ਭਰਤੀ ਨਹੀਂ ਸੋਰੀ 13 ਨੂੰ ਭਰਤੀ ਹੀ ਕਦੀ ਉੱਥੇ ਵਿਖਾ ਕਦੀ ਉੱਥੋਂ ਮੈਡੀਸਿਨ ਖਾ ਨਹੀਂ ਫਰਕ ਪਿਆ ਫਿਰ ਮੈਂ ਇੱਦਾਂ ਹੀ ਦਰਦ ਦੀ ਗੋਲੀ ਖਾ ਲੈਣੀ ਡੇਲੀ ਤੇ ਡੇਲੀ ਦੌੜ ਲਾਉਣੀ ਘਰ ਸਵੇਰੇ ਵੀ ਗੋਲੀ ਖਾ ਲੈਣੀ ਸਵਖਤੇ ਉੱਠ ਕੇ ਤੇ ਸ਼ਾਮ ਨੂੰ ਵੀ ਗੋਲੀ ਖਾ ਲੈਣੀ ਤੇ ਇੱਦਾਂ ਦੌੜ ਲਾਉਣੀ ਤੇ ਕਰਦੇ ਲਾਸਟ 11 ਤਰੀਕ ਨੂੰ ਦੌੜ ਛੱਡਤੀ ਵੀ ਚਲੋ ਖਾਸੇ ਭਰਤੀ ਵੇਖਣੀ ਆ ਖਾਸੇ ਫਿਰ ਐਂਟਰੀ ਕੀਤੀ ਬਾਹਰ ਬੈਠੇ 2:30 ਵਜੇ 1:30 ਵਜੇ ਐਂਟਰੀ ਕਰਨੀ 1:30 ਵਜੇ ਫਿਰ ਮੈਂ ਪੇਨ ਕਿਲਰ ਖਾ ਲਈ ਤੇ ਰੋਟੀ ਖਾ ਕੇ ਪੇਨ ਕਿਲਰ ਖਾ ਲਈ ਤੇ ਐਂਟਰੀ ਕਰਾਈ ਐਂਟਰੀ ਕਰਦੇ ਅੰਦਰ ਪਹੁੰਚਣ ਤੋਂ ਬਾਅਦ ਗਰੁੱਪ 'ਚ ਬਿਠਾਤਾ ਤੇ ਸਰ ਬਾਥਰੂਮ ਕਰਨਾ ਜਾਣਦੇ ਬਾਥਰੂਮ ਬੜਾ ਫਾਸਟ ਆਇਆ ਇਹ 5:30 ਦਾ ਟਾਈਮ ਸੀ ਉਹਨੇ ਜਾਣਾ ਭੱਜ ਕੇ ਮੈਂ ਚੋਰੀ ਬਾਥਰੂਮ ਕਰਨ ਗਿਆ ਉਹਨੇ ਡਾਂਗ ਉਹਨੇ ਡਾਂਗ ਫੜ ਕੇ ਮਾਰੀ ਇੰਨੇ ਜ਼ੋਰ ਨਾਲ ਯਾਨੀ ਕਿ 4:30 ਉਹਨੇ ਡਾਂਗ ਮਾਰੀ ਤੇ 5:30 ਮੈਂ ਆਪਣੇ ਮੈਟ ਤੇ ਪੁੱਠਾ ਹੀ ਡਿੱਗਾ ਰਿਹਾ ਉੱਠੇ ਹੀ ਤੇ ਮੈਂ ਹਿੱਲ ਨਹੀਂ ਪਾਇਆ ਆਪਣੇ ਮੈਟ ਤੇ ਮਿੱਟੀ ਜੀ ਪਾਈ ਦਾ ਮੈਟ ਹੀ ਜਿੱਦਾਂ ਮਿੱਟੀ ਜਿੱਦਾਂ ਮੈਨੂੰ ਨਹੀਂ ਪਤਾ ਮੈਂ ਕਿੱਥੇ ਪਿਆ ਆ 5:30 ਜਦੋਂ ਰੌਲਾ ਪਿਆ ਵੀ ਗਰਾਊਂਡ 'ਚ ਖੜਨਾ ਸਾਡਾ ਪਹਿਲਾ ਗਰੁੱਪ ਬਣਾਇਆ ਸੀ ਉਹਨਾਂ ਨੇ ਗਰਾਊਂਡ 'ਚ ਗਰੁੱਪ ਬਿਠਾਤਾ ਬੈਠਾ ਬਾਥਰੂਮ ਤੇ ਚਲੋ ਮੈਂ ਘਰ ਹੀ ਆਇਆ ਭੱਜ ਦੌੜ ਕੇ ਤੇ ਕਿਉਂਕਿ ਜਦੋਂ ਬਾਥਰੂਮ ਵਗੈਰਾ ਆਇਆ ਦੌੜਿਆ ਨਹੀਂ ਜਾਂਦਾ ਤੇ ਗਰਾਊਂਡ 'ਚ ਪਹੁੰਚਣ ਤੋਂ ਬਾਅਦ ਯਾਨੀ ਕਿ ਅਸੀਂ ਕੱਪੜੇ ਚੇਂਜ ਕਰਨੇ ਆ ਸੰਡ ਵਗੈਰਾ ਪਾਉਂਦੇ ਆ ਵੀ ਉਹਨਾਂ ਨੇ ਕਹਿਤਾ ਅਨਾਉਂਸ ਕਰਤਾ ਵੀ ਪਹਿਲਾ ਗਰੁੱਪ ਛੇਤੀ ਲੈ ਟਰੈਕ 'ਚ ਪਹੁੰਚੇ ਟਰੈਕ 'ਚ ਭੱਜ ਕੇ ਯਾਨੀ ਕਿ ਹੁਣ ਮੰਨ ਲਾ ਇੱਕ ਬੰਦੇ ਦਾ ਐਡਮਿਟ ਕਾਰਡ ਹੁੰਦਾ ਹੱਥ 'ਚ ਐਡਮਿਟ ਕਾਰਡ ਪੇਪਰ ਲੈ ਕੇ ਦੌੜਨਾ ਪੈਂਦਾ ਆਰਮੀ ਦੇ ਵਿੱਚ ਦੌੜ 'ਚ ਵੀ ਉਹ ਐਡਮਿਟ ਕਾਰਡ ਬੰਦੇ ਹੋਣਾ ਚਾਹੀਦਾ ਹੱਥ ਦੇ ਵਿੱਚ ਉਹ ਚਾਹੇ ਆਪਣੀ ਪੋਕਟ 'ਚ ਪਾਓ ਚਾਹੇ ਆਪਣੇ ਪਰਨੇ ਚੜਾਓ ਕਿਤੇ ਵੀ ਰੱਖੋ ਪਰ ਤੁਹਾਡੇ ਕੋਲ ਐਟ ਏ ਟਾਈਮ ਹੋਣਾ ਚਾਹੀਦਾ ਜਦੋਂ ਤੁਸੀਂ ਦੌੜ ਕੱਢਣੀ ਹੈ ਉਹ ਜਿੰਨਾ ਦਿਨ ਬੰਦੇ ਭੱਜੇ ਮੇਰਾ ਐਡਮਿਟ ਕਾਰਡ ਕਿਹੜੇ 'ਚ ਰਹਿ ਗਿਆ ਬੰਦੇ ਜਾ ਕੇ ਲਾਗੇ ਉਹਨਾਂ ਜਦੋਂ ਮੈਂ ਐਡਮਿਟ ਕਾਰਡ ਭੱਜ ਕੇ ਜਾਣ ਡਿਆ ਅੱਧੇ ਮੁੰਡੇ ਲੱਗਣੇ ਮੈਂ ਭੱਜ ਕੇ ਜਾ ਕੇ ਉੱਥੋਂ ਦੀ ਗਰੁੱਪ ਦੇ ਹਰ ਵਾਰੀ ਪਿੱਛੇ ਲੱਗਦਾ ਰਿਹਾ ਦੌੜ ਨਿਕਲਦੀ ਨਹੀਂ ਰਹੀ ਮੇਰੇ ਉਸਤਾਦ ਨੇ ਕਿਹਾ ਵੀ ਕੁਝ ਵੀ ਹੋ ਜਾਏ ਯਾਰ ਕਿ ਅੱਗੇ ਲੱਗਣਾ ਮੈਂ ਭੱਜ ਕੇ ਜਾ ਕੇ ਅਗਲੇ ਬੰਨੇ ਟਰੈਕ ਤੇ ਬਾਹਰਲੀ ਸਾਈਡ ਐਡਮਿਟ ਕਾਰਡ ਮੈਂ ਲੈਂਦਾ ਭੱਜ ਕੇ ਲੱਗ ਗਿਆ ਉਹਨਾਂ ਨੇ ਰੂਲ ਸਮਝਾਏ ਕਿਸੇ ਨੂੰ ਧੱਕਾ ਨਹੀਂ ਮਾਰਨਾ ਇਦਾਂ ਨਹੀਂ ਕਰਨਾ ਠੀਕ ਆ ਬਚਾਅ ਕਰਨਾ ਆਪਣਾ ਤਰੀਕੇ ਨਾਲ ਦੌੜਨਾ ਦੌੜ ਮੇਰੀ ਏਡੀ ਖਾਸ ਨਹੀਂ ਕੋਈ 4.5 ਮਿੰਟ ਵਾਲੇ ਮੁੰਡੇ ਆਏ ਮੇਰਾ 5:12
ਜਦੋਂ ਉਹਨਾਂ ਟਾਈਮ ਨੇ ਹੁੰਦਾ 5:40 ਹੁੰਦਾ 5:40 ਹੁੰਦਾ ਹੈ 5:35 ਦਿੰਦੇ ਲਾਸਟ ਇੰਨਾ ਖਾਸ ਟਾਈਮ ਨਹੀਂ ਦਿੰਦੇ 5:35 ਕਿਤੇ ਹੀ ਆ ਕਿਸੇ ਨੂੰ ਮਿਲ ਜੇ ਬੜੀ ਕਿਸਮਤ ਚੰਗੀ ਹੈ। ਦੌੜ ਸਟਾਰਟ ਹੋਈ ਉਹਨਾਂ ਨੇ ਅਚਾਨਕ ਗੋ ਕਹਿਤਾ ਅਚਾਨਕ ਹੀ ਕਹਿੰਦੇ ਪਤਾ ਵੀ ਨਹੀਂ ਲੱਗਦਾ ਜਦੋਂ ਗੋ ਕਹਿ ਦਿੰਦੇ ਤੇ ਉਹਨਾਂ ਨੇ ਗੋ ਗਿਆ। ਮੈਂ 200 ਮੀਟਰ ਇੰਨੇ ਬੂਸਟ ਤਰੀਕੇ ਨਾਲ ਸਪ੍ਰਿੰਟ ਮਾਰੀ ਵੀ ਜਿੰਨਾ ਮੁੰਡਾ ਸਾਰਾ ਲਾ ਕੇ ਸੁੱਟਦਾ ਇੱਥੇ ਸਾਰਾ ਲਾਦਾ। ਪਹਿਲਾ ਚੱਕਰ ਸ਼ੁਰੂ ਹੋਇਆ ਮੇਰਾ ਦੋਸਤ ਹੀ ਉਹ ਗਰਾਊਂਡ ਦਾ ਜਿਹੜਾ ਦੌੜ ਲਾਉਂਦਾ ਹੈ ਬਲਜੀਤ ਉਹਦਾ ਨਾਮ ਆ ਤੇ ਉਹ ਮੇਰੇ ਬਰਾਬਰ ਹੀ ਉਹ ਅਸੀਂ ਦੋਵਾਂ ਨੇ ਇੰਨੇ ਜ਼ੋਰ ਨਾਲ ਸਪ੍ਰਿੰਟ ਮਾਰੀ। ਪਹਿਲਾ ਚੱਕਰ ਖਤਮ ਹੋਇਆ ਫਿਰ ਮੁੰਡੇ ਬਰਾਬਰ ਹੋ ਲਏ। ਅੱਛਾ ਹਾਂ ਤੇ ਦੂਜਾ ਚੱਕਰ ਸ਼ੁਰੂ ਹੋਇਆ ਮੁੰਡੇ ਅੱਗੇ ਲੰਘਦੇ ਜਾਣ ਕਿਉਂਕਿ ਸਪ੍ਰਿੰਟ ਬਹੁਤ ਜ਼ੋਰ ਨਾਲ ਮਾਰਤੀ ਇੱਕ ਨਹੀਂ ਤੇ ਹੱਕੀ ਜ਼ੋਰ ਲੱਗ ਗਿਆ ਜ਼ੋਰ ਲੱਗ ਗਿਆ। ਤੀਜੇ 'ਚ ਵੀ ਅੱਗੇ ਲੰਘਦੇ ਜਾਣ ਤੀਜੇ 'ਚ ਕਾਫੀ ਅੱਗੇ ਲੰਘੇ 100 ਮੀਟਰ ਮੁੰਡੇ ਅੱਗੇ ਲੰਘੇ। ਹੁਣ ਮੈਂ ਸੋਚਾਂ ਵੀ ਯਾਰ ਜੇ ਇਹਦੇ ਇਹ ਫੜੇ ਗਏ ਤੇ ਮਤਲਬ ਕੈਚ ਹੋ ਜਾਣੇ ਤੇ ਮੈਂ ਰਹਿ ਜਾਣਾ। ਚੌਥਾ ਚੱਕਰ ਜਦੋਂ ਸ਼ੁਰੂ ਹੋਇਆ ਨਾ ਫਿਰ ਮੈਂ ਨਾ ਬਾਹਾਂ ਦਾ ਜ਼ੋਰ ਮਾਰਨਾ ਸ਼ੁਰੂ ਕੀਤਾ। ਬਾਹਾਂ ਲੋਕ ਰੱਖਦੇ ਆ ਮਾਰੇ ਕਿ ਜਦੋਂ ਕੋਈ ਬੰਦਾ ਦੌੜਦਾ ਨਾ ਬਾਹਾਂ ਨੂੰ ਘਾਟਾ ਲਾਉਂਦਾ ਆ ਉਹ ਇਸ ਤਰ੍ਹਾਂ ਇਦਾਂ ਨਹੀਂ ਕਦੀ ਮਾਰਦਾ ਇਦਾਂ ਦਾ ਰੱਖ ਕੇ ਦੌੜਦਾ ਮਾੜੀ ਹੋਣੀ। ਅੱਛਾ ਫਿਰ ਮੈਂ ਬਾਹਾਂ ਦਾ ਚੌਥੇ ਚੱਕਰ 'ਚ ਜ਼ੋਰ ਮਾਰਿਆ ਵੀ ਜਾਨੀ ਕਿ ਜਿਹੜਾ ਮੇਰਾ ਦੋਸਤ ਸੀ ਨਾ ਉਹਨੇ ਉਹਦੀ ਦੌੜ ਮੇਰੇ ਨਾਲੋਂ ਜ਼ਿਆਦਾ ਸੀ। ਉਹਦਾ ਕੋਈ 4:52 ਦਾ ਟਾਈਮ ਸੀ ਜਿਹੜਾ ਮੁੰਡਾ ਮੇਰੇ ਨਾਲ ਦੌੜਿਆ ਮੇਰਾ ਦੋਸਤ ਉਹ ਮੇਰੇ ਨੂੰ 100 ਮੀਟਰ ਅੱਗੇ ਚਲ ਗਿਆ। ਮੈਂ ਵੇਖਿਆ ਜਦੋਂ 3.5 ਚੱਕਰ ਵਾਲੇ ਵੇਖਿਆ ਵੀ ਉਹ ਤੇ ਵੜਨ ਵਾਲਾ ਆ ਕੈਬਿਨ ਦੇ ਵਿੱਚ ਜਿਹੜੇ ਕੈਬਿਨ ਬਣਾਏ ਹੁੰਦੇ ਉਹਨਾਂ ਨੇ ਐਕਸੀਡੈਂਟ ਦਾ ਤੇ ਗੁੱਡ ਦਾ। ਜਦੋਂ ਮੇਰੀ 150 ਮੀਟਰ ਰਹਿ ਗਈ ਤੇ ਉਹ ਵੜ ਗਿਆ ਵਿੱਚ ਉਹ ਵੜ ਗਿਆ ਤੇ ਮੈਂ ਮੇਰੇ ਉਸਤਾਦ ਨੇ ਇੱਕ ਗੱਲ ਕਹੀ ਵੀ 100-150 ਮੀਟਰ ਦੇ ਅੰਦਰ ਮੁੰਡੇ ਚੁੱਕ ਲੈਂਦੇ ਆ ਹਿੰਮਤ ਨਾ ਹਾਰੀ। ਅੱਛਾ ਮੈਂ ਬੜੇ ਜ਼ੋਰ ਨਾਲ ਜਿੰਨਾ ਹੈਗਾ ਬੋਡੀ ਦਾ ਸਾਰਾ ਜ਼ੋਰ ਮਾਰਤਾ ਜਾਨੀ ਕਿ ਮੈਂ ਜ਼ੋਰ ਮਾਰਦੇ ਨੇ ਕੈਬਿਨ ਦੇ ਵਿੱਚ ਵੜਿਆ ਉਹ ਐਕਸੀਡੈਂਟ 'ਚ ਵੜ ਗਿਆ ਮੈਂ ਗੁੱਡ 'ਚ ਵੜ ਗਿਆ। ਵੜਨ ਤੋਂ ਬਾਅਦ ਮੈਂ ਘੁੰਮ ਕੇ ਪਿੱਛੇ ਵੇਖਿਆ ਤੇ ਰੱਸਾ ਚੁੱਕਿਆ। ਲਾਸਟ ਤੋਂ ਹੀ ਲਾਸਟ ਤੋਂ 5-7 ਮੁੰਡੇ ਹੋਰ ਬੜੇ ਹੋਣੇ ਤੇ ਰੱਸਾ ਚੁੱਕਿਆ ਗਿਆ। ਚੁੱਕਣ ਤੋਂ ਬਾਅਦ ਬੜਾ ਵੀ ਮਨ ਨੂੰ ਹੁਣ ਇੱਕ ਤੇ ਸਾਹ ਚੜਿਆ ਇਹਦੇ ਜ਼ੋਰਾਂ ਨਾਲ ਇੱਕ ਮੇਰੇ ਮੋਢੇ ਤੇ ਹੱਥ ਰੱਖ ਕੇ ਮੋਢੇ ਸਿਰ ਰੱਖਿਆ ਸਾਹ ਲੈਣ ਡਿਆ। ਮੈਂ ਭਰਾਵਾ ਉਹ ਮੇਰਾ ਤਾਂ ਆਪਦਾ ਨਹੀਂ ਮੁੰਡਿਆ ਤੇ ਮੈਂ ਤਾਰਾ ਦੇ ਜਾ ਗਿਆ ਕਿਉਂਕਿ 1600 ਮੀਟਰ ਹੈ ਹੀ ਦੌੜ ਇਦਾਂ ਦੀ ਬੰਦੇ ਦਾ ਜ਼ੋਰ ਕਰਾ ਦਿੰਦੀ ਲੱਤਾਂ ਰਹਿ ਜਾਂਦੀਆਂ ਜੇ ਬੰਦਾ ਬਹਿ ਗਿਆ ਤੇ ਫਿਰ ਅੱਧਾ ਘੰਟਾ ਉੱਠ ਨਹੀਂ ਸਕਦਾ। ਉਸ ਤੋਂ ਬਾਅਦ ਉਸੇ ਵਾਲੇ ਉਹਨਾਂ ਨੇ ਫੜੀ ਸਟੰਪ ਐਡ ਨਹੀਂ ਕਰਤੇ ਮੋਹਰ ਲਾਈ ਇੱਕ ਗੁੱਟ ਤੇ ਮੋਹਰ ਲਾਤੀ 2 ਨੰਬਰ ਲਾਤਾ ਯਾਨੀ ਕਿ ਐਕਸੀਡੈਂਟ ਦਾ 1 ਨੰਬਰ ਤੇ ਗੁੱਡ ਵਾਲਾ ਦਾ 2 ਨੰਬਰ। ਕਮੀਜ਼ ਲਵਾਈ ਬੋਡੀ ਚੈੱਕ ਕੀਤੀ ਕੋਈ ਟੈਟੂ ਵਗੈਰਾ ਤੇ ਨਹੀਂ ਠੀਕ ਆ ਸਾਹਮਣੇ ਟੈਟੂ ਵਾਲੇ ਨੂੰ ਨਹੀਂ ਬਣਾਉਣ ਜਾਂਦੇ ਟੈਟੂ ਵਾਲੇ ਨੂੰ ਨਹੀਂ ਜਾਣਦੇ ਨੇ। ਟੈਟੂ ਵਾਲਾ ਕੁਝ ਮਿਲਟਰੀਆਂ ਹੁੰਦੀਆਂ ਕੁਝ ਰੈਜੀਮੈਂਟਾਂ ਹੁੰਦੀਆਂ ਆ ਜਿਹੜੀਆਂ ਕਿ ਇੱਥੋਂ ਤੱਕ ਟੈਟੂ ਤੋਂ ਹੱਥ ਤੋਂ ਲੈ ਕੇ ਅੱਧੀ ਕੂਣੀ ਤੱਕ ਚੱਕ ਲੈਂਦੀਆਂ ਪਰ ਕੁਝ ਨੂੰ ਨਹੀਂ ਚੱਕਦੇ। ਨਹੀਂ ਤੇ ਜਿੱਦਾਂ ਮਰਦਾ ਬੰਦਾ ਕਰੀ ਭਰਤੀ ਹੋ ਗਿਆ ਤੇ ਉਸ ਤੋਂ ਬਾਅਦ ਬਣਵਾ ਲਏ ਉਸ ਤੋਂ ਬਾਅਦ ਕਈ ਬੰਦੇ ਨੇ ਬਣਵਾਏ ਅਸੀਂ ਵੇਖੇ ਵੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ। ਉਦੋਂ ਮੈਡੀਕਲ ਦੇ ਵਿੱਚ ਕਿਤੇ ਗਿਆ ਆਪਾਂ ਆਂਦੇ ਨਹੀਂ ਆ ਪਹਿਲਾਂ ਹੀ ਆ ਪਹਿਲਾਂ ਆਉਂਦੇ ਆ। ਉਸ ਤੋਂ ਬਾਅਦ ਅੱਗੇ ਗਏ ਅੱਗੇ ਜਾਣ ਤੋਂ ਬਾਅਦ ਤੰਬੂ ਦੇ ਵਿੱਚ ਮੈਡੀਕਲ ਹੋ ਰਿਹਾ ਛੋਟਾ ਜਿਹਾ ਮੈਡੀਕਲ ਅੱਖ ਚੈੱਕ ਕਰਦੇ ਮੂੰਹ ਚੈੱਕ ਕਰਦੇ ਕਿਸੇ ਨੂੰ ਨਸ਼ਾ ਨਹੀਂ ਕਰਦਾ। ਉੱਥੇ 2 ਮੁੰਡੇ ਉਹਨਾਂ ਨੇ ਕੱਢ ਲਏ ਬਾਹਰ ਆਪਾਂ ਕੋ ਖਾਦਾ ਨਹੀਂ ਆਪਾਂ ਖਾ ਕੇ ਗਏ ਉਹ ਖਾ ਕੇ ਗਏ ਕੋਈ ਨਸ਼ਾ ਵਗੈਰਾ ਕੀਤਾ ਹੈ ਆਪਾਂ ਉਹ ਕਿਦਾਂ ਬਲੱਡ ਦਾ ਕਿਹੜਾ ਕਿ ਚੈੱਕ ਕਰਦੇ ਪਤਾ ਨਹੀਂ ਉਹਨਾਂ ਨੇ ਅੱਖ ਚੈੱਕ ਕੀਤੀ ਮੂੰਹ ਚੈੱਕ ਕੀਤਾ ਅੱਛਾ ਪਤਾ ਲੱਗ ਜਾਂਦਾ ਮੌਕੇ ਤੇ ਜਿਹੜੀ ਚੀਜ਼ ਖਾਧੀ ਹੋਵੇ ਉਹਦਾ ਪਤਾ ਲੱਗ ਜਾਂਦਾ। ਤੇ ਉਹਨਾਂ ਦਾ AMC ਡਾਕਟਰ ਸੀ ਉਹਨਾਂ ਨੇ ਕੱਢ ਕੇ ਬਾਹਰ ਰੱਖ ਲਿਆ ਉਹਨਾਂ ਮੁੰਡਿਆਂ ਦੋਵਾਂ ਨੂੰ। ਆਪਾਂ ਦੇ ਕੁਝ ਖਾਤਾ ਨਹੀਂ ਆਪਾਂ ਅੱਗੇ ਚਲ ਗਏ ਅੱਗੇ ਜਾਣ ਤੋਂ ਬਾਅਦ ਫਾਰਮ ਭਰਿਆ ਗਿਆ। ਫਾਰਮ ਭਰਨ ਤੋਂ ਬਾਅਦ ਖੱਡਾ ਹੁੰਦਾ 9 ਫੁੱਟ ਦਾ ਖੱਡਾ ਟੱਪਿਆ। ਉਸ ਤੋਂ ਬਾਅਦ ਬੀਮ ਮਾਰੇ ਪਹਿਲਾਂ ਮੈਨੂੰ ਲੱਗੇ ਵੀ ਮੇਰੀ ਬਾਹਾਂ 'ਚ ਜਾਨ ਹੈਗੀ ਕਿਉਂਕਿ ਜੋ ਹੀ ਦੌੜਨੇ ਇੰਨਾ ਕਰਾਤਾ ਹੈ। ਬੀਮ ਮਾਰਨ ਤੋਂ ਬਾਅਦ ਮੈਂ ਆਪਣੇ ਉਹੀ ਦੋਸਤ ਨੂੰ ਕਿਹਾ ਮੈਂ ਕਿਹਾ ਮੈਨੂੰ ਲੱਗਦਾ ਯਾਰ ਬੀਮ ਨਹੀਂ ਵੱਜਣੇ ਮੇਰੇ ਤੋਂ ਤੇ ਕਹਿੰਦਾ ਕੋਈ ਗੱਲ ਨਹੀਂ ਵੱਜ ਜਾਣਗੇ। ਉਹਨੇ 8 ਬੀਮ ਮਾਰੇ ਮੈਂ 10 ਬੀਮ ਮਾਰੇ। ਉਹਦੇ ਐਕਸੀਲੈਂਟ ਨੂੰ ਪਾ ਕੇ ਬਣਦੇ ਹੀ ਜੇ ਐਕਸੀਲੈਂਟ ਮਾਰਿਆ ਤੇ 10 20 ਮਾਰ ਦਿੰਦਾ 100 ਨੰਬਰ ਬਣਦਾ ਸੀ ਤੇ ਮੈਂ ਐਕਸੀਲੈਂਟ ਨਹੀਂ ਮਾਰਿਆ ਦੌੜ 'ਚ ਤੇ ਮੈਂ 10 20 ਮਾਰਦੇ ਉਹਦੇ 87 ਨੰਬਰ ਬੜੇ ਮੇਰੇ 88 ਬਣ ਗਏ। ਅੱਛਾ ਮੈਂ ਬੀਮਾ ਦਾ ਨੰਬਰ ਲੈ ਗਿਆ 1 ਨੰਬਰ ਵੱਧ ਲੈ ਗਿਆ। ਅੱਛਾ ਉਸ ਤੋਂ ਬਾਅਦ ਨੂੰ ਆ ਗਿਆ ਬੀਮਾ ਦੇ ਵਿੱਚ ਚਲੋ ਜਿੰਨੀ ਵੀ ਮਿਹਨਤ ਲਾਈ ਬੀਮਾ ਦੇ ਵੀ ਧਿਆਨ ਤੇ ਜ਼ਿਆਦਾ ਦਿੱਤਾ ਸੀ ਤੇ ਤਾਂ ਕਰਕੇ ਬੀਮਾ ਤੋਂ ਬੰਦੇ ਅੜ ਜਾਂਦੇ। ਉੱਥੇ ਮੁੰਡਾ ਸੀ ਭਾਰੇ ਦੇ ਸਰੀਰ ਦਾ ਰਵੀ ਦੇ ਸਰੀਰ ਦਾ ਹੋਣਾ ਉਹਨੇ 5.5 ਬੀਮ ਲਾਵੇ ਇੰਜੀਨੀਅਰ ਲਾਵੇ 5.5 ਲਾਵੇ। ਸਾਹਮਣੇ JCO ਬੈਠਾ ਹੈ ਕਹਿੰਦਾ ਵੀ ਇਸ ਅੱਗੇ ਉਹਦੇ ਵਿੱਚ ਆਉਣਾ ਹੀ ਇਹ ਕੰਮ ਹੈ ਤੇ ਮੈਂ ਕਿੱਦਾਂ ਸਿਲੈਕਟ ਕਰਨਾ। ਉਹਨੂੰ ਬੜੀ 3-4 ਵਾਰ ਮੌਕਾ ਦਿੱਤਾ ਉਹਨੇ ਉਹਨੂੰ 5.5 6ਵਾਂ ਬੀਮ ਲੱਗਦਾ ਸੀ 6 ਬੀਮ ਤੱਕ ਰੱਖ ਲੈਂਦੇ ਆ ਬੰਦੇ ਨੂੰ। 6 ਬੀਮ ਹੁੰਦੇ 6 ਬੀਮ ਦੇ ਜਾਨੀ ਕਿ ਮੇਰੇ ਹਿਸਾਬ ਨਾਲ ਤੇ 65 ਕੇ 62 ਨੰਬਰ ਇੱਥੇ ਕੁਝ ਬਣਦੇ ਕੋਈ ਕਨਫਰਮ ਯਾਦ ਨਹੀਂ ਹੈ ਤੇ 8 ਇਹਦਾ 6 ਤੋਂ ਬਾਅਦ ਵਾਲੇ ਸਾਰੇ ਸਿਲੈਕਟ ਕਰ ਲੈਂਦੇ ਆ। ਉਸ ਤੋਂ ਬਾਅਦ ਚੈਸਟ ਹੋਈ ਚੈਸਟ ਤੋਂ ਬਾਅਦ ਹਾਈਟ ਹੋਈ ਹਾਈਟ ਚੈਸਟ ਕਲੀਅਰ ਹੀ ਚੈਸਟ ਦਾ ਤੇ ਨਾ ਖਾਣੀ ਚੈਸਟ ਪਹਿਲਾਂ ਮੇਰੀ ਠੀਕ ਹੀ
ਟੈਸਟ ਉਹਨਾਂ ਨੇ ਮੇਰੀ ਕੀਤੀ ਹੋਣੀ ਕੋਈ 80 85 ਸ਼ਾਇਦ ਕੀਤੀ ਕਿ ਪਤਾ ਨਹੀਂ 84 99 ਇਦਾਂ ਹੀ ਕੁਝ ਕੀਤੀ, ਯਾਦ ਨਹੀਂ ਹੈ। ਇੰਚ ਨਹੀਂ ਸੈਂਟੀਮੀਟਰ ਸੈਂਟੀਮੀਟਰ। ਇਹ ਫਿਰ ਗ੍ਰੇਡ ਕਦੀ ਥੋੜੀ ਆ। ਉਹਦੀ ਵੀ ਨਹੀਂ ਤੇ ਉਸ ਤੋਂ ਬਾਅਦ ਟੈਸਟ ਹੋਈ, ਟੈਸਟ ਹੋਣ ਤੋਂ ਬਾਅਦ ਟੋਕਨ ਨੰਬਰ ਮਿਲਣਾ, ਨਹੀਂ ਉਸ ਤੋਂ ਬਾਅਦ ਡਾਕੂਮੈਂਟ ਹੋਣੀ। ਹੁਣ ਲਾਸਟ ਭਰਤੀ ਡਾਕੂਮੈਂਟ ਹੋਣ ਲੱਗੇ ਤੇ ਫਾਦਰ ਦੀ ਡੈਥ ਹੋ ਚੁੱਕੀ ਆ ਤੇ ਮੈਂ ਉਹ ਨਹੀਂ ਖੜਿਆ ਆਪਣਾ ਡੈਥ ਸਰਟੀਫਿਕੇਟ ਕਾਪੀ ਨਹੀਂ ਖੜੀ। ਉੱਥੇ ਇੱਕ ਨਾ ਉਹ ਕਲਰਕ ਉਹ ਕਹਿੰਦਾ ਵੀ ਹੁਣ ਡੈਥ ਸਰਟੀਫਿਕੇਟ ਦੀ ਕਾਪੀ ਲੈ ਗਿਆ। ਅੱਛਾ। ਉਹਨੇ ਪਹਿਲਾਂ ਤਾਂ ਛਿਲਿਆ ਕਾਪੀ ਤੇ ਸਾਰੇ ਨੂੰ ਮਾਰੀ ਜਾਂਦੇ ਜਿਹੜਾ ਡਾਕੂਮੈਂਟ ਗਲਤ ਕਰਦਾ ਹੈ। ਤੇ ਫਿਰ ਮੇਰਾ ਚਿਹਰਾ ਵੇਖ ਕੇ ਵੀ ਤਰਸ ਖਾ ਪੈਸੇ ਖਾ ਲਿਆ ਉਹਨੇ ਇਸ ਤਰੀਕੇ ਨਾਲ, ਕਿਉਂਕਿ ਮਿਹਨਤ ਹੀ ਇੰਨੀ ਕੀਤੀ ਕਿਸੇ ਨਾ ਕਿਤੇ ਜਾ ਕੇ ਬੜਾ ਤਰਸ ਦੇ ਕੋਈ ਨਾ ਕੋਈ ਖਾ ਲੈਂਦਾ। ਜਦੋਂ ਰੱਬ ਦੇ ਰੰਗ ਹੈ ਜੇ ਹੁਣ ਆ ਹੋਵੇ ਤੇ ਫਿਰ ਕਹਿੰਦਾ ਕੋਈ ਗੱਲ ਨਹੀਂ ਅਗਲੀ ਵਾਰੀ ਦੇ। ਉਹਨੇ ਰੱਖ ਲਏ, ਸਿਲੈਕਟ ਕਰ ਲਏ। ਤੇ ਉਹ ਨਹੀਂ ਸਮਝਿਆ ਜਦੋਂ ਮੈਂ ਕਿਹਾ ਅਗਲੀ ਨੇ ਦੇ ਦੀ, ਮਤਲਬ ਅਗਲੀ ਦੌੜ ਤੇ ਦੇ ਦਿੱਤੀ। ਅਗਲੀ ਦੌੜ 'ਚ ਨਹੀਂ, ਮਤਲਬ ਜਦੋਂ AR ਦੇ ਅੰਦਰ ਜੇ ਭਰਤੀ ਹੋ ਜਾਏਗਾ ਤੇ ਉੱਥੇ ਦੇ ਦੀ, ਅੱਛਾ। ਮਤਲਬ ਫਾਰਮਾਂ ਦੇ ਅੰਦਰ ਫਿਰ ਅਗਲੇ ਸਾਲ ਦੇ ਦੀ ਕਿਤੇ ਅਗਲੇ ਸਾਲ ਦਾ ਮੌਕਾ ਹੀ ਨਹੀਂ। ਅਗਲੇ ਸਾਲ ਇਹ ਗਿਆ ਸੀ ਬਸ ਲਾਸਟ ਚਾਂਸ ਸੀਗਾ ਇਹ। ਲਾਸਟ ਚਾਂਸ ਸੀ, ਲਾਸਟ ਭਰਤੀ 21 ਸਾਲ ਏਜ ਤੋਂ ਬਾਅਦ ਆਰਮੀ ਦੀ ਭਰਤੀ ਵੀ ਵੇਚ ਸਕਦਾ, ਕਲਰਕ ਦੀ ਵੇਚ ਸਕਦਾ। ਕਲਰਕ ਦੇ +2 ਦੇ ਨੰਬਰ ਚਾਹੀਦੇ ਨੇ, ਹੁਣ ਮੈਡੀਕਲ 'ਚ ਆਪਾਂ ਆਰਟਸ ਕੀਤਾ ਹੈ, ਉਹ 'ਚ ਗੱਲ ਬਣਦੀ ਨਹੀਂ। ਤੇ ਸ਼ਾਮਾਂ ਤੱਕ ਟੋਕਨ ਨੰਬਰ ਡੀਕਦੇ ਰਹੇ, ਟੋਕਨ ਨੰਬਰ ਡੀਕਦੇ ਰਹੇ। ਸ਼ਾਮ ਨੂੰ ਜਾ ਕੇ 5:30 ਟੋਕਨ ਦਿੱਤਾ। ਅਗਲੇ ਦਿਨ ਮੈਡੀਕਲ, ਰਾਤ 10:30 11 ਵਜ ਗਏ। ਸਵੇਰੇ 3 ਵਜੇ ਦਾ ਟਾਈਮ ਸੀ, ਜਾ ਕੇ ਲਾਗੇ ਦੋਸਤ ਦਾ ਘਰ ਹੀ, ਉਹਦੇ ਘਰੇ ਸੁੱਤੇ, ਰੋਟੀ ਪਾਣੀ ਖਾਧਾ। ਉਹ ਮੁੰਡੇ ਨੇ ਭਰਤੀ ਵੇਖਣੀ, ਉਹ ਮੇਰੇ ਦੋਸਤ ਦਾ ਦੋਸਤ ਸੀ, ਉਹਨਾਂ ਘਰੇ ਰੁਕੇ। ਸਵੇਰੇ ਉਹਦੀ ਮੇਰੇ ਦੋਸਤ ਦੀ ਭਰਤੀ ਸੀ, ਉਹਦੇ ਅਗਲੇ ਦਿਨ ਹੀ 14 ਨੂੰ, ਮੇਰਾ 14 ਨੂੰ ਮੈਡੀਕਲ ਸੀ। 14 ਨੂੰ 3 ਵਜੇ ਐਂਟਰੀ ਕਰਾਈ, ਯਾਨੀ ਕਿ ਜਾ ਕੇ ਸਾਰਾ ਦਿਨ ਬਹਿ ਕੇ 11 ਵਜੇ ਮੈਡੀਕਲ ਸ਼ੁਰੂ ਹੋਇਆ। ਮੈਡੀਕਲ ਕਰਨ ਤੋਂ ਬਾਅਦ ਸਾਨੂੰ ਕੱਢਿਆ ਕੋਈ 6 ਵਜੇ ਛੱਡਿਆ। 6 ਵਜੇ ਤੋਂ ਬਾਅਦ ਕਹਿੰਦਾ ਤੁਹਾਨੂੰ ਆਰਸੀ ਮਿਲ ਜਾਣੀ 8 ਵਜੇ ਤੱਕ। ਫਿਰ ਆਰਸੀ ਹੁੰਦੀ ਆ ਜਿੱਥੋਂ ਟੈਸਟ ਜਿੰਨੀ ਤਰੀਕ ਨੂੰ ਟੈਸਟ ਹੋਣਾ ਉੱਥੇ ਜਾਂਦੀ ਹੈ। ਰਿਟਨ ਟੈਸਟ ਦੀ ਆਰਸੀ ਹੁੰਦੀ ਹੈ, ਉੱਥੇ ਹੀ ਰਿਟਨ ਟੈਸਟ ਸੌਖਾ ਹੀ ਹੁੰਦਾ ਔਖਾ ਹੁੰਦਾ? ਨਹੀਂ ਉਹ ਠੀਕ ਹੀ ਹੁੰਦਾ ਹੈ, ਜੇ ਪੜ੍ਹਿਆ ਤੇ ਸੌਖਾ, ਜਿਹਨੇ ਨਹੀਂ ਪੜ੍ਹਿਆ ਉਹ ਵੀ ਨਹੀਂ ਔਖਾ। ਕਿਸ ਉਹਦੇ ਤੇ ਹੁੰਦਾ ਵੀਡੀਓ ਸਬਜੈਕਟ? ਉਹਦੇ ਵਿੱਚ ਇੱਕ ਹੁੰਦੀ ਆ ਮੈਥ ਹੁੰਦਾ ਆ, ਸਾਇੰਸ ਹੁੰਦੀ ਆ, ਉਹ ਹੁੰਦੀ ਹੈ ਮੈਨੂੰ ਉਹਦਾ ਨਾਮ ਭੁੱਲ ਗਿਆ ਆ। ਦਿੱਤਾ ਹੀ ਪੇਪਰ? ਪੇਪਰ ਮਾਮਾ ਦਿੱਤਾ ਆ ਤੇ ਤਾਂ ਹੀ ਕਹਿੰਦੇ ਆ ਯਾਰ ਉਹਨੂੰ ਕੀ ਆਂਦੇ ਆ, ਉਹ ਮਤਲਬ ਜਾਨੀ ਕਿ ABC ਹੁੰਦੀ ਪੁੱਠੀ ਸਿੱਧੀ ਕਰਕੇ ਤੇ ਸਿੱਧੀ ਕਰਕੇ ਲਿਖਣੀ ਹੁੰਦੀ ਹੈ, ਲੱਭਣੇ ਹੁੰਦੇ ਆ ਆਪਸ਼ਨਲ। ਅੱਛਾ ਉਹ ਹੁੰਦੀ ਆ, ਨਹੀਂ ਉਹਨੂੰ ਕਹਿੰਦੇ ਆ, ਮੈਨੂੰ ਤਾਂ ਯਾਦ ਭੁੱਲ ਗਿਆ। ਸਾਇੰਸ ਹੀ ਮੈਨੂੰ ਪਤਾ ਵਾ, ਉਹ ਪੁੱਠੀਆਂ ਸਿੱਧੀਆਂ ਡਾਇਗਰਾਮਾਂ ਜਿਹੀਆਂ ਹੁੰਦੀਆਂ ਵਾ, ਸੀਕੁਐਂਸ ਵੀ ਬਣਾਉਣਾ ਹੁੰਦਾ ਵਾ। ਐਪਟੀਟਿਊਡ ਟੈਸਟ? ਨਹੀਂ ਇੱਕ ਤੇ ਐਪਟੀਟਿਊਡ ਟੈਸਟ ਹੁੰਦਾ ਵਾ। ਨਹੀਂ ਮਤਲਬ ਮੈਥ ਲਾ ਲਓ, ਸਾਇੰਸ ਲਾ ਲਓ ਤੇ ਜਨਰਲ ਨੌਲੇਜ ਲਾ ਲਓ, ਤੇ ਇੱਕ ਉਹ 4 ਹੁੰਦੇ ਆ, ਉਹਦੇ ਵਿੱਚੋਂ ਜਨਰਲ ਨੌਲੇਜ ਦਾ ਵੀ ਹੈ। ਜਨਰਲ ਨੌਲੇਜ ਵਿੱਚ ਹੁੰਦੀ ਆ। ਉਹ ਕਦੋਂ ਆਇਆ ਸੀ? ਇਹ ਟੈਸਟ ਹੋਇਆ ਮੇਰਾ 2000 ਕਿੰਨੀ? 2019 ਚ ਨਵੰਬਰ ਦੀ ਨਹੀਂ ਨਵੰਬਰ ਦੀ 25 ਤਰੀਕ ਨੂੰ। ਪ੍ਰੈਜ਼ੀਡੈਂਟ ਕੌਣ ਸੀ ਉਦੋਂ? ਪ੍ਰੈਜ਼ੀਡੈਂਟ ਉਦੋਂ ਰਾਮਨਾਥ ਕੋਵਿੰਦ। ਹੈ ਰਾਮਨਾਥ ਕੋਵਿੰਦ। ਸੌਂਗਾ ਹਾਂ ਉਹ ਤੇ ਉਸ ਤੋਂ ਬਾਅਦ ਮਤਲਬ ਆਰਸੀ ਨਹੀਂ ਮਿਲੀ। ਆਰਸੀ ਅਗਲੇ ਦਿਨ 15 ਤਰੀਕ ਨੂੰ 1:30 ਵਜੇ ਮਿਲੀ, ਸਾਰਾ ਦਿਨ ਬਿਠਾ ਕੇ। ਤੇ ਉਸ ਤੋਂ ਬਾਅਦ ਮੈਂ ਘਰ ਆਇਆ ਤੇ ਮੈਂ ਫੋਨ ਕਰਕੇ ਪਹਿਲਾਂ ਘਰੇ ਦੱਸਿਆ ਵੀ ਇਦਾਂ ਦਾ ਲੋਡ ਕਰਦੀ ਆ ਤੇ ਠੀਕ ਹੈ ਕਹਿੰਦੇ। ਤੇ ਮੈਂ ਮੰਮੀ ਨਾਲ ਗੱਲ ਕਰਦੀ, ਮੰਮੀ ਨਾਲ ਗੱਲ ਕਰੀ, ਉਹਦੇ ਗੁਆਂਢੀਆਂ ਦੇ ਵਿਆਹ 'ਤੇ ਚਲੇ ਗਏ। ਮੈਂ ਅਚਾਨਕ ਘਰੇ ਆਇਆ, ਦੀਦੀ ਨੇ ਦੁਕਾਨ ਤੋਂ ਮੈਨੂੰ ਅੱਡੇ ਤੋਂ ਰਿਸੀਵ ਕਰਦਾ, ਦੁਕਾਨ ਵਧਾ ਕੇ ਹੀ ਘਰ ਆਏ ਹਾਂ। ਉਸ ਤੋਂ ਬਾਅਦ ਘਰੇ ਆਇਆ, ਅਚਾਨਕ ਜਦੋਂ ਖੁਸ਼ੀ ਆਉਂਦੀ ਸਭ ਤੋਂ ਵੱਡੀ ਗੱਲ ਦੱਸਿਆ ਸੀ ਤੂੰ ਕਿ ਲੈਸਾਂ ਸੁੱਟਦੀਆਂ ਜਿਹੜੀਆਂ ਲੈਸਾਂ ਸੁੱਟਦੀਆਂ ਤੁਹਾਡੀ ਨਾਲੀ 'ਚ? ਇਹਨੇ ਇੱਕ ਲੈਸ ਸੁੱਟਦੀ ਦੋ ਉਹ ਚੱਲ ਕੋਈ ਗੱਲ ਨਹੀਂ, ਮਾੜੀ ਮੋਟੀ ਨੁਕਸਾਨ ਕਰਤਾ ਮਾਮਾ ਹੀ ਨਾਲੀ ਸਾਰੀ ਤੇ ਅੱਗੇ ਹੀ ਦੂਜੀ ਥੱਲੇ ਚੁੱਕ ਲਈ ਦੂਜੀ। ਉਸ ਤੋਂ ਬਾਅਦ ਜਦੋਂ ਮੈਂ ਘਰ ਪਹੁੰਚਿਆ, ਘਰ ਪਹੁੰਚਣ ਹੁਣ ਦੀ ਗੱਲ ਦੱਸਣਿਆ ਹਾਂ ਕਿ ਉਦੋਂ ਦੀ ਜਦੋਂ ਜਦੋਂ ਭਰਤੀ ਹੋਣਾ ਸੀ, ਯਾਨੀ ਕਿ 15 ਤਰੀਕ ਨੂੰ ਆਰਸੀ ਲੈ ਕੇ ਘਰ ਪਹੁੰਚਿਆ, ਅੱਛਾ ਰਿਸੀਵ ਕੀਤਾ। ਦੀਦੀ ਨੇ ਮੈਂ ਪੁੱਛਿਆ ਉਹਨੇ ਮੰਮੀ ਕਿੱਥੇ, ਮੈਨੂੰ ਬਿਠਾ ਕੇ ਦੱਸਿਆ ਵੀ ਇਦਾਂ ਸਾਡੀ ਮਾਸੀ ਲੱਗਦੀ ਆ ਡਿਊਟੀ ਤੋਂ, ਤੇ ਸਭ ਨੂੰ ਜਿੰਨੇ ਸਾਡੇ ਮਤਲਬ ਰਿਲੇਟਿਵ ਆ, ਰਿਲੇਟਿਵ 'ਚ ਸਭ ਨੂੰ ਜ਼ਿਆਦਾ ਉਹ ਮਾਸੀ ਆ। ਤੇ ਮਾਸੀ ਦੇ 3 ਮੁੰਡੇ, 3 ਮੁੰਡਿਆਂ 'ਚ ਉਹ ਮੁੰਡੇ ਨਾਲ ਸਭ ਨੂੰ ਜ਼ਿਆਦਾ ਪਿਆਰ ਆ, ਉਹਦੀ ਵਾਈਫ ਦੀ ਡੈਥ ਹੋਈ।
ਏਡਾ ਵੱਡਾ ਝਟਕਾ ਲੱਗਾ ਦੱਸ ਨਹੀਂ ਸਕਦੇ। ਛੋਟੇ ਛੋਟੇ ਬੱਚੇ ਸੀ, ਮੇਰਾ ਤੇ ਉੱਥੇ ਹੀ ਸਰੀਰ ਇੱਕ ਵਾਰੀ ਹਿੱਲ ਗਿਆ ਸਾਰਾ ਵੀ ਬਣ ਕੀ ਗਿਆ ਸਾਡੇ ਨਾਲ। ਕਿਉਂਕਿ ਉਹ ਵੀਰ ਦਾ ਉਹ 1 ਸਾਲ ਉਸ ਤੋਂ ਪਹਿਲਾਂ ਆਪਰੇਸ਼ਨ ਹੋਇਆ, ਮਸਾਂ ਬਚੀ ਉਹਦੀ ਲੱਤ ਦੇ ਵਿੱਚ ਕਲੌੜੀ ਤੇ ਉਹਦਾ ਆਪਰੇਸ਼ਨ ਵਗੈਰਾ ਹੋਇਆ ਸੀ ਤੇ ਉਦੋਂ ਬੜਾ ਮੁਸ਼ਕਲ ਨਾਲ ਉਹਦੀ ਜਾਨ ਬਚੀ ਤੇ ਆਉਂਦੇ ਸਾਲ ਇਹ ਝਟਕਾ ਲੱਗ ਗਿਆ। ਯਾਨੀ ਕਿ ਇਹ ਏਡਾ ਵੱਡਾ ਮੈਨੂੰ ਝਟਕਾ ਲੱਗਾ ਕਿ ਮੈਨੂੰ ਸਾਰੀ ਜ਼ਿੰਦਗੀ ਨਹੀਂ ਇਹ ਭੁੱਲ ਸਕਦਾ ਵੀ ਭਾਬੀ ਦੀ ਡੈਥ ਉਸ ਦਿਨ ਹੋਈ ਜਦੋਂ ਮੇਰਾ ਮੈਡੀਕਲ ਹੋਇਆ। 14 ਤਰੀਕ ਨੂੰ ਡੈਥ ਹੋਈ ਤੇ ਮੰਮੀ 14 ਨੂੰ ਸ਼ਾਮ ਨੂੰ ਚੱਲ ਗਈ ਤੇ ਮੈਂ ਫਿਰ ਚਲੋ ਜਿੱਦਾਂ ਵੀ ਹੁਣ ਕੀ ਕਰ ਸਕਦੇ ਜੋ ਰੱਬ ਦਾ ਭਾਣਾ ਮੰਨਣਾ ਪੈਣਾ ਹੈ। ਨਾ ਮੈਂ ਹੱਸਣ ਜੋਗਾ ਨਾ ਰੋਣ ਜੋਗਾ, ਦਿਨ ਸਲੀਆਂ ਦੇ ਗਏ ਜਿੱਦਾਂ ਵੀ ਆ ਦਿਨ ਕੱਢੇ, 2-4 ਦਿਨ ਕੱਢੇ। ਮੈਂ ਭਾਜੀ ਪੁੱਤਰ ਅਗਲੇ ਦਿਨ ਜਿੱਥੇ ਟਿਊਸ਼ਨ ਪੜ੍ਹਨੀ ਆ ਗਈ ਉੱਥੇ ਗਿਆ, ਭਾਜੀ ਕਹਿੰਦੇ ਤੈਨੂੰ ਪਤਾ ਲੱਗ ਗਿਆ? ਮੈਂ ਮੈਨੂੰ ਨਹੀਂ ਪਤਾ, ਮੈਨੂੰ ਘਰੇ ਆ ਕੇ ਪਤਾ ਲੱਗਾ ਜੇ ਹੋਇਆ ਤਾਂ ਬੜਾ ਮਾੜਾ ਆ, ਕੀ ਕਰ ਸਕਦੇ ਹੋ। ਟਿਊਸ਼ਨ ਪੜ੍ਹੀ, ਟਿਊਸ਼ਨ ਪੜ੍ਹਨ ਤੋਂ ਬਾਅਦ ਹੁਣ ਪਿਆਰ ਹੀ ਬੜਾ ਵੀਰ ਨਾਲ ਤੇ 23 ਨੂੰ ਹੋ ਗਈ ਭਾਬੀ ਦਾ, ਹਾਂ 23 ਨੂੰ। ਫਿਰ ਮੈਂ 21 ਤਰੀਕ ਨੂੰ ਉੱਥੇ ਚਲ ਗਿਆ, ਯੂਪੀ ਚਲ ਗਿਆ। 21 ਤਰੀਕ ਨੂੰ ਗਿਆ, ਬਾਈ ਨੂੰ ਪਹੁੰਚ ਗਿਆ, ਮਿਲਿਆ ਉਹਨੂੰ ਸਾਰਿਆਂ ਨੂੰ। ਦੁੱਖ ਦੀ ਘੜੀ ਬੜਾ ਔਖਾ ਸੀ ਉਹਨਾਂ ਲਈ। ਉਸ ਤੋਂ ਬਾਅਦ ਵਾਪਸ ਆਇਆ, ਵਾਪਸ ਮੈਂ 26 ਤਰੀਕ ਨੂੰ ਇੱਥੇ ਆ ਗਿਆ ਸੀ। 27 ਨੂੰ ਫਿਰ ਟਿਊਸ਼ਨ 'ਤੇ ਜਾਣਾ ਸ਼ੁਰੂ ਕਰਤਾ। ਟਿਊਸ਼ਨ ਪੜ੍ਹੀ ਤਰੀਕੇ ਨਾਲ, ਪੇਪਰ ਹੋਇਆ ਆਪਣਾ ਜਾ ਕੇ 25 ਨਵੰਬਰ ਨੂੰ ਪੇਪਰ ਜਿਸ ਦਿਨ ਦਿੱਤਾ ਆ। ਪੇਪਰ ਦਿੰਦੇ ਸਮੇਂ ਮਤਲਬ ਜਾਣੀ ਕਿ ਮੁੰਡੇ ਖਾਸ ਘੱਟ ਹੀ ਪੜ੍ਹਦਾ ਹੈ, ਅਸੀਂ ਵੀ ਨਹੀਂ ਪੜ੍ਹਦੇ ਰਹੇ। ਇੱਕ ਲਾਈਫ ਨੂੰ ਬਣਾਉਣ ਲਈ ਪੜ੍ਹਿਆ ਆ, ਪੜ੍ਹ ਲਈਏ ਜੇ ਸਾਰੀ ਉਮਰ ਨਹੀਂ ਪੜ੍ਹੇ ਤੇ ਤੇ ਕਮ ਸੇ ਕਮ ਪੜ੍ਹ ਲਈਏ ਤਰੀਕੇ ਨਾਲ। ਪੇਪਰ ਕਰਦੇ ਟਾਈਮ ਮੁੰਡੇ ਆਉਂਦੇ ਵੀ ਸਾਨੂੰ ਦੱਸਦੇ, ਕੁਝ ਬੰਦਿਆਂ ਨੂੰ ਪਤਾ ਸੀ ਵੀ ਇਹਨੂੰ ਸਾਰਾ ਪੇਪਰ ਪਾਉਂਦਾ ਹੈ ਜਾਣੀ ਕਿ, ਤੇ ਕੁਝ ਬੰਦਿਆਂ ਨੂੰ ਨਹੀਂ ਪਤਾ। ਮੈਂ ਪੇਪਰ ਉਹਨਾਂ ਨੇ ਟਾਈਮ ਸ਼ੁਰੂ ਨਹੀਂ ਕੀਤਾ ਤੇ ਮੈਂ ਪੁੱਠਾ ਰੱਖਿਆ ਇਹ ਪੇਪਰ, ਕਹਿੰਦੇ ਸਿੱਧਾ ਨਹੀਂ ਕਰਨਾ। ਸਭ ਤੋਂ ਪਹਿਲਾਂ ਕੁਐਸਚਨ ਇਹ ਆਇਆ ਵੀ ਫੇਸਬੁੱਕ ਕਿੰਨੇ ਬਣਾਈ ਹੈ? ਉਹਨੇ ਫੇਸਬੁੱਕ ਚਲਾਈ ਹੈ, ਉਹਨੂੰ ਤਾਂ ਪਤਾ ਮਾਰਕ ਜ਼ੁਕਰਬਰਗ ਨੇ ਬਣਾਈ ਹੈ ਤੇ ਪਰ ਇਹਨਾਂ ਦੇ ਪਤਾ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਸਾਰੇ ਚਲਾਉਂਦੀ, ਸਾਰੀ ਦੁਨੀਆ ਚਲਾਉਂਦੀ ਵੀ ਚਲਾਉਂਦੇ, ਤਾਂ ਇਹਨਾਂ ਦੇ ਨਾਂ ਪਤਾ ਫਿਰ ਮਾੜੀ ਗੱਲ ਹੈ। ਪਰ ਉਸ ਟਾਈਮ ਮੈਂ ਫੇਸਬੁੱਕ ਬੰਦ ਕਰਤੀ ਜਦੋਂ ਜਿਹੜਾ ਕੁਐਸਚਨ ਆ ਗਿਆ ਤੇ ਉਹ ਮੈਂ ਮੁੰਡੇ ਨੂੰ ਦੱਸਦਾ ਵੀ ਇਹਨੇ ਬਣਾਈ ਹੈ। ਉਹਨਾਂ ਨੇ ਦੇਖ ਲਿਆ, ਆਪਣਾ ਟਾਈਮ ਨਹੀਂ ਕਰ ਲਿਆ। ਉਹਦੇ ਵਿੱਚ ਪੇਪਰ ਸਟਾਰਟ ਹੋ ਗਿਆ। ਪੇਪਰ ਸਟਾਰਟ ਹੋ ਕਰਦੇ ਮੈਂ ਅੱਧੇ ਘੰਟੇ 'ਚ 29 ਸਵਾਲ ਕਰ ਲਏ। 50 ਸਵਾਲ ਹੁੰਦੇ ਆ। ਰੀਜ਼ਨਿੰਗ ਹੁੰਦੀ ਆ ਜਿਹੜੀ ਸਾਨੂੰ ਚੇਤਾ ਭੁੱਲ ਗਈ, ਰੀਜ਼ਨਿੰਗ, ਸਾਇੰਸ, ਮੈਥ ਤੇ ਜਨਰਲ ਨੌਲੇਜ ਹੁੰਦੀ ਆ। ਰੀਜ਼ਨਿੰਗ ਇਹਨਾਂ ਦੇ ਰੀਜ਼ਨਿੰਗ ਦੇ 5 ਸਵਾਲ ਹੁੰਦੇ, ਬਾਕੀਆਂ ਦੇ 15 ਸਵਾਲ ਹੁੰਦੇ, 50 ਸਵਾਲ ਹੁੰਦੇ ਟੋਟਲੀ। 1 ਘੰਟੇ ਦਾ ਟੋਟਲ ਟਾਈਮ ਹੁੰਦਾ। ਮੈਂ 29 ਸਵਾਲ ਕਰ ਲਏ। 29 ਸਵਾਲ ਕਰਨ ਤੋਂ ਬਾਅਦ ਹੁਣ ਮੈਂ ਸੋਚਦਾ ਵੀ ਮੈਂ ਕਮ ਸੇ ਕਮ 35 ਤੇ ਕਰਾਂ ਵੀ ਜਿਹੜੀ ਮੈਰਿਟ ਆਰਾਮ ਨਾਲ ਬਣ ਜੇ, ਕੋਈ ਦਿੱਕਤ ਨਾ ਆਵੇ। ਉਹਦਾ ਵੀ ਜਰਨਲ ਕੈਟਾਗਰੀ ਦੀ ਜ਼ਿਆਦਾ ਹੁੰਦੀ ਆ, ਉਹਨਾਂ ਦੀਆਂ ਜ਼ਿਆਦਾ ਸੀਟਾਂ ਹੁੰਦੀਆਂ, ਜ਼ਿਆਦਾ ਰੱਖਦੇ ਖਾਸ ਕਰਕੇ ਜੱਟ ਲੋਕਾਂ ਨੂੰ ਜ਼ਿਆਦਾ ਰੱਖਦੇ। ਇਹਨਾਂ ਦੀ ਜ਼ਿਆਦਾ ਕੈਟਾਗਰੀ ਦਾ ਆ ਜਾਂਦਾ ਹੈ ਸਿਸਟਮ, ਇਹਨਾਂ ਦੀ ਜ਼ਿਆਦਾ ਪੋਸਟ ਸੀਟਾਂ ਜ਼ਿਆਦਾ ਖਾਲੀ ਨਹੀਂ ਹੈ। ਜੱਟ ਜੀ ਮੇਰੇ ਨਾਲ ਰਹਿ ਕੇ ਵੀ ਨਹੀਂ ਪਤਾ ਕਿ ਮੈਂ ਜਾਂਦੇ ਮੈਨੂੰ ਨਹੀਂ ਪਤਾ ਬਾਹਰ ਵੀ ਜਾ ਕਾਰਤੀ ਗੱਲ ਹੋਈ। ਮੈਂ ਕਮ ਸੇ ਕਮ ਜ਼ਿਆਦਾ ਨਹੀਂ ਤੇ ਸੋਨੂ ਬਾਜਵਾ ਵੀ ਜੱਟ ਛੱਟ ਯਾਰ, ਮੈਂ ਬਾਜਵਾ ਯੂਪੀ ਦੀ ਆ, ਉੱਤਰਾਖੰਡ ਦੀ ਯੂਪੀ ਦੀ। ਹੈ ਜੱਟ ਆ, ਜੱਟੀ ਆ ਤੇ ਨੀਰੂ ਬਾਜਵਾ ਵੀ ਜੱਟ ਹੈ। ਸਾਰੇ ਬਾਜਵਾ ਵੀ ਜੱਟ ਹੁੰਦੇ ਆ। ਤੇ ਹੋਰ ਕੀ ਬਾਜਵਾ ਜੱਟ ਹੁੰਦੇ ਆ। ਜੇ ਸੋਨੂ ਬਾਜਵਾ ਦੇਖਣ ਦੀ ਆ ਤੇ ਤੁਸੀਂ ਮੈਨੂੰ ਦੱਸੋ ਤੁਸੀਂ ਬਾਕੀ ਜੱਟ ਜੇ ਮਾਰਦੇ ਤੇ ਟੈਗ ਕਰਨਾ ਉਸ ਤੋਂ ਬਾਅਦ ਨੀਰੂ ਬਾਜਵਾ ਚਲੋ ਜਿਹਨੂੰ ਕਰਨਾ ਜਿਹਦੇ ਸਰਪੰਚ ਬਣਾ ਦੇ ਪਿੰਡ ਦਾ ਹੁੰਦਾ ਨਾ ਭਰਾਵਾ ਸਰਪੰਚ ਦੀ ਬਣਾ ਡਿਊਟੀ ਮਾਂ। ਉਸ ਤੋਂ ਬਾਅਦ 10 ਬੰਦਿਆਂ ਨੇ ਪੇਪਰ ਮੇਰੇ ਵੱਲ ਵੇਖ ਕੇ ਕੀਤਾ। ਇੱਕ ਮੁੰਡਾ ਪਿੱਛੋਂ ਆਵਾਜ਼ਾਂ ਮਾਰੀ ਜਾਂਦਾ ਸੀ ਵੀ ਯਾਰ ਪੇਪਰ ਵਿਖਾ ਦੇ। ਤੋ ਰਿਸਕ ਵੀ ਪੇਪਰ ਸਾਰੇ ਕਹਿੰਦਾ ਫੜ ਕੇ ਪਾੜ ਦੇਣਾ ਜੇ ਕਿਸੇ ਨੇ ਖਾਇਆ ਗਿਆ। ਜਦੋਂ ਟਾਈਮ ਕੱਟ ਹੋਇਆ ਉਹ ਸਾਰਾ ਮਾੜਾ ਜਿਹਾ ਵੇਖਣ ਬਾਹਰ ਨੂੰ ਗਿਆ, ਉਹ ਪਿੱਛੋਂ ਆਣ ਕੇ ਸਾਰਾ ਪੇਪਰ ਤਾਰ ਕੇ ਲੈ ਗਿਆ। ਡੋਟ ਤਾਰ ਲਏ, ਜਿਹੜੇ ਡੋਟ ਹੀ ਲਾਉਣੇ ਹੁੰਦੇ ਘੁਮਾ ਕੇ ਸ਼ੀਟ ਦੇ ਉਹਨੇ ਸਾਰੇ ਤਾਰ ਲਏ। ਸੈੱਟ ਸੀ ਉਹਨਾਂ ਦੇ ਸਾਰੇ ਸੈੱਟ ਉਹਦਾ ਸੈੱਟ ਮੇਰੇ ਨਾਲ ਰਲਦਾ ਸੀ ਪਿੱਛੇ ABCD ਕੇ C ਤੱਕ ABC 3 ਸੈੱਟ ਸੀ। ਅੱਛਾ ਤੇ ਉਹਦਾ ਸੈੱਟ ਮੇਰੇ ਨਾਲ ਰਲਦਾ ਸੀ। ਉਹਨੇ ਪੇਪਰ ਤਾਰ ਲਿਆ ਸਾਰਾ। ਪੇਪਰ ਤਾਰਨ ਤੋਂ ਬਾਅਦ ਭਰਤੀ ਹੋ ਗਿਆ। ਉਹ ਵੀ ਮੈਨੂੰ ਥੋੜੀ ਪਤਾ ਕਿੱਥੋਂ ਦਾ ਕੀ, ਮੈਂ ਕਦੀ ਉਹਨੂੰ ਮਿਲਿਆ ਨਹੀਂ। ਆਪਾਂ ਮੁੜ ਕੇ 25 ਨਵੰਬਰ ਨੂੰ ਟੈਸਟ ਹੋਇਆ ਆ ਤੇ ਰਿਜ਼ਲਟ ਕਹਿੰਦੇ 10 ਦਿਨ ਚ ਆ ਜਾਣਾ। ਰਿਜ਼ਲਟ ਦਾ ਪਤਾ ਪਿਆ। ਉਸ ਤੋਂ ਬਾਅਦ ਪਹਿਲਾਂ ਉਦੋਂ ਮੇਰਾ 8 ਦਸੰਬਰ ਨੂੰ ਜਨਮ ਦਿਨ ਸੀ, ਉਦੋਂ ਕਹਿੰਦੇ ਉਦੋਂ ਰਿਜ਼ਲਟ ਆ ਜਾਣਾ। ਮੈਂ ਬੜਾ ਖੁਸ਼, ਮੈਂ ਜ਼ਿਆਦਾ 8 ਦਸੰਬਰ ਨੂੰ
ਉਸ ਤੋਂ ਬਾਅਦ 8 ਦਸੰਬਰ ਨੂੰ ਸੋਚਿਆ ਰਿਜ਼ਲਟ ਆ ਜਾਊਗਾ ਪਰ ਰਿਜ਼ਲਟ ਨਹੀਂ ਆਇਆ। ਅੱਛਾ ਫਿਰ ਸੋਚਿਆ 9 ਨੂੰ ਆ ਜਾਊਗਾ, ਕਹਿੰਦੇ 9 ਨੂੰ ਆ ਜਾਣਾ 10 ਨੂੰ ਨੀਂਦ ਆਈ ਰਾਤ ਤੇ ਬਹੁਤ ਔਖੀ ਹੋ ਗਈ ਕੱਢਣੀ ਵੀ ਯਾਰ ਪਤਾ ਨਹੀਂ ਲਾਸਟ ਭਰਤੀ ਆ। ਉਸ ਤੋਂ ਬਾਅਦ 9 ਨੂੰ ਨਹੀਂ ਆਇਆ ਰਿਜ਼ਲਟ, 10 ਨੂੰ ਨਹੀਂ ਆਇਆ, 11 ਨੂੰ ਆ ਕੇ ਯਾਰ ਦੇ 15 ਨੂੰ ਤੇ ਆ ਹੀ ਜਾਣਾ। 15 ਨੂੰ ਇਹ ਨਹੀਂ ਆਇਆ, 15 ਨੂੰ ਸਾਰਾ ਦਿਨ 1.5 ਤੋਂ 1 ਤੋਂ 2 ਦੇ ਅੰਦਰ ਪੈਂਦਾ ਹੈ ਰਿਜ਼ਲਟ। ਵੇਖਦੇ ਰਹੇ ਸਾਈਡ ਖੋਲ ਕੇ ਨਹੀਂ ਆਇਆ। ਹੋਰ ਰੋਜ਼ ਵੇਖਦੇ ਰਿਜ਼ਲਟ, ਡੇਲੀ ਵੇਖਦੇ, ਡੇਲੀ ਖੋਲ ਵੇਖਦੇ ਵੀ ਕਿਦੋਂ ਰਿਜ਼ਲਟ ਆਏ ਕਦੋਂ ਆਵੇ। ਤੇ ਮੇਰੇ ਦੋਸਤ ਦੇ ਜਿਹੜੇ ਨਾਲ ਦੇ ਯਾਰ ਭਰਤੀ ਹੋ ਜਾਣਗੇ, ਯਾਰ ਭਰਤੀ ਹੋ ਜਾਣਗੇ, ਨਹੀਂ ਯਾਰ ਜੇ ਮਿਹਨਤ ਕੀਤੀ ਹੋ ਜਾਗੇ, ਜੋ ਅਕਾਲ ਪੁਰਖ ਨੂੰ ਮਨਜ਼ੂਰ ਹੋਣਾ ਤੇ ਉਹੀ ਆ। ਜੇ ਮਿਹਨਤ ਇੰਨੀ ਕੀਤੀ ਆ, ਇੰਨਾ ਐਫਰਟ ਲਾਇਆ, ਦਿਨ ਰਾਤ ਭੰਨਿਆ ਆ, ਰਾਤ ਨੂੰ ਲੇਟ ਸੋਣਾ, ਸਵਖਤੇ ਉੱਠ ਕੇ 2:30 ਵਜੇ ਗਰਾਊਂਡਾਂ ਦੇ ਅੰਦਰ ਗਏ ਆ, ਤੇ ਮਿਹਨਤ ਦਾ ਮੁੱਲ ਕਿਉਂ ਨਾ। ਤੇ ਉਸ ਤੋਂ ਬਾਅਦ ਸਬਸਕ੍ਰਾਈਬ ਬੈਲ ਆਈਕਨ ਲਗਾਓ। ਵੀਡੀਓ ਵੇਖਣ ਤੋਂ ਪਹਿਲਾਂ ਲਾਈਕ ਕਰੋ, ਸਬਸਕ੍ਰਾਈਬ ਕਰੋ ਹੁਣੇ ਹੀ। ਇਹ ਸਾਰੀ ਵੀਡੀਓ ਬਾਅਦ ਚ ਦੇਖਣੀ ਹੈ, ਤੁਸੀਂ ਪਹਿਲਾਂ ਸਬਸਕ੍ਰਾਈਬ ਕਰਨਾ। ਅਸੀਂ ਇਸ ਸਾਲ ਦੇ ਵਿੱਚ 1 ਮਿਲੀਅਨ ਸਬਸਕ੍ਰਾਈਬਰ ਨਹੀਂ ਹਿੱਟ ਕਰ ਸਕਦੇ। 1000 2000 ਕਰਾ ਦਿਓ, ਬਹੁਤ ਵੱਡੀ ਗੱਲ ਹੋਈ ਨਹੀਂ ਸਾਡੀ। ਨਾਲੇ ਉਹ ਬੈਲ ਆਈਕਨ ਜਿਹੜਾ ਹੁੰਦਾ ਉਹ ਵੀ ਦਬਾ ਦਿਓ। ਚਲੋ ਸਬਸਕ੍ਰਾਈਬ ਕਰੋ ਹੁਣੇ। ਜਿੱਦਾਂ ਵੀਰ ਨੇ ਕਿਹਾ ਤਾਂ ਉਸ ਤੋਂ ਬਾਅਦ ਰਿਜ਼ਲਟ ਟਿਕਿਆ 15 ਨੂੰ ਨਹੀਂ ਆਇਆ। ਫਿਰ ਮੈਂ ਸੋਚਿਆ ਵੀ ਚਲੋ ਅਰਦਾਸ ਬੇਨਤੀ ਕੀਤੀ ਗੁਰੂ ਘਰੇ ਗਏ, ਸੱਚੇ ਪਾਤਸ਼ਾਹ ਜੇ ਆਵੇ ਤੇ ਸੁੱਖਾਂ ਦਾ ਰਿਜ਼ਲਟ ਆਵੇ। ਬੜੀ ਮਿਹਨਤ ਕੀਤੀ ਹੈ। ਕਿਦਾਂ ਫਿਰ 18 ਤਰੀਕ ਨੂੰ 18 ਦਸੰਬਰ ਨੂੰ ਰਿਜ਼ਲਟ ਆਇਆ 2019। ਹਾਂ 2019 ਚ ਰਿਜ਼ਲਟ ਆਇਆ। ਇਨਫੋਰਮੇਸ਼ਨ ਮਿਲੀ ਵੀ ਰਿਜ਼ਲਟ ਪੈਨ ਵਾਲਾ ਆਇਆ ਤੇ ਅਸੀਂ ਰਿਜ਼ਲਟ ਚੈੱਕ ਕੀਤਾ। 1 ਵੱਜ ਕੇ ਤੇ 15 ਮਿੰਟ ਦੇ ਰਿਜ਼ਲਟ ਪੈ ਗਿਆ ਪੂਰੇ। ਤੇ ਰਿਜ਼ਲਟ ਖੁੱਲ੍ਹਣ ਨਹੀਂ ਡਿਆ, ਉਹ ਸਾਈਟ ਅੜਨ ਡਈ। ਉਸ ਤੋਂ ਪਹਿਲਾਂ ਕੁਝ ਜਿਹੜੇ ਇੱਧਰ ਆਪਣੇ ਪੰਜਾਬ ਦੇ ਅੰਦਰ ਹੋਰ ਜ਼ਿਲ੍ਹਿਆਂ ਦੇ ਬੰਦਿਆਂ ਦਾ ਰਿਜ਼ਲਟ ਆ ਗਿਆ, ਹੋਰ ਜ਼ਿਲ੍ਹਿਆਂ ਦੀ ਵੱਖਰੀ ਭਰਤੀ ਦਾ। ਆਪਣੇ ਜ਼ਿਲ੍ਹੇ ਖਾਸੇ ਨੂੰ ਜ਼ਿਲ੍ਹੇ ਪੈਂਦੇ ਆ, ਅੰਮ੍ਰਿਤਸਰ ਪੈਂਦਾ, ਤਰਨਤਾਰਨ ਪੈਂਦਾ, ਗੁਰਦਾਸਪੁਰ ਤੇ ਪਠਾਨਕੋਟ ਪੈਂਦਾ ਹੈ। ਹੁਣੇ ਸਬਸਕ੍ਰਾਈਬ ਕਰੋ, ਹੁਣੇ। ਉਸ ਤੋਂ ਬਾਅਦ ਮੈਂ ਰਿਜ਼ਲਟ ਖੋਲ੍ਹਿਆ, ਰਿਜ਼ਲਟ ਖੁੱਲ੍ਹੇ ਨਾ, ਖੁੱਲ੍ਹਣ ਤੋਂ ਬਾਅਦ ਖੁੱਲ੍ਹਿਆ ਰਿਜ਼ਲਟ ਤੇ ਮੈਂ ਸੀਰੀ ਚੈੱਕ ਕੀਤੀ, ਮੇਰਾ ਨੰਬਰ ਨਹੀਂ। ਮੈਂ ਵੇਖਿਆ ਨੰਬਰ ਨਹੀਂ ਹੈਗਾ, ਕਿਉਂਕਿ ਸੀਰੀ ਇੱਧਰ ਨੂੰ ਚੱਲਣ ਦੀ ਥੱਲੇ ਨੂੰ। ਮੈਂ ਥੱਲੇ ਨੂੰ ਚੈੱਕ ਕਰਨ ਡਿਆ ਵੀ ਜਿੱਦਾਂ 12 15 ਮੇਰਾ ਹੀ ਜਿੱਦਾਂ ਨੰਬਰ 1 2 3 4 ਇਦਾਂ ਚੱਲਦੇ ਇਤੋਂ ਇਦਾਂ ਦੇਖਣੇ। ਮੈਂ ਥੱਲੇ ਦੇਖਣ ਡਿਆ ਤੇ ਇੱਧਰ ਲਿਆ ਚ ਕੀ ਇਧਰਲੀ ਗਏ ਦੋਵੇਂ ਜਣੇ। ਫਿਰ ਮੈਂ 15 16 ਆ ਗਿਆ, 12 16 ਆ ਗਿਆ, 12 15 ਹੈਂਡ ਵਿੱਚ। ਤੇ ਮੈਂ ਦੁਬਾਰਾ ਚੈੱਕ ਕੀਤਾ, ਜਦੋਂ ਦੁਬਾਰਾ ਦੇਖਿਆ ਤੇ ਨਾਮ ਹੈਗਾ। ਤੇ ਮੈਨੂੰ ਬੜੀ ਖੁਸ਼ੀ ਮਿਲੀ। ਮੈਂ ਦੀਦੀ ਘਰ ਦੀਦੀ ਨੂੰ ਦੱਸਿਆ, ਉਸ ਤੋਂ ਬਾਅਦ ਆਂਟੀ ਨੂੰ ਦੱਸਿਆ। ਬੜੀ ਘਰਦਿਆਂ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ, ਖੁਸ਼ੀ ਮਨਾਈ ਉਹਨਾਂ ਨੇ। ਫਿਰ ਮੈਂ ਦੁਕਾਨ ਤੇ ਗਿਆ, ਸ਼ੋਪ ਹੈ ਆਪਣੀ, ਸ਼ੋਪ ਤੇ ਗਿਆ। ਸ਼ੋਪ ਤੇ ਜਾਣ ਤੋਂ ਬਾਅਦ ਮੰਮਾ ਨੂੰ ਦੱਸਿਆ, ਮੰਮੀ ਦਾ ਸ਼ੌਕ ਕਦੀ ਸ਼ੋਪ ਹੈ ਬੈਗ ਵਿੱਚ ਲੈਸਾਂ ਦੀ ਮਦਦ ਚਲਾਉਂਦੇ ਆ। ਜਿਹੜੀਆਂ ਲੈਸਾਂ ਨੂੰ ਤੂੰ ਸੁੱਟ ਕੇ ਆਇਆ, ਜਿਹੜੀਆਂ ਲੈਸਾਂ ਇਹ ਛੋਟਾ ਹੈ। ਤੇ ਉਸ ਤੋਂ ਬਾਅਦ ਚਲੋ ਦੱਸਿਆ। ਉਸ ਤੋਂ ਬਾਅਦ ਡਾਕੂਮੈਂਟ ਜਮ੍ਹਾਂ ਕਰਵਾਏ। ਡਾਕੂਮੈਂਟ ਦਾ ਵੀ ਕਾਫੀ ਥੋੜਾ ਪੈਣ ਤੋਂ ਬਾਅਦ ਫਾਦਰ ਹੈ ਨਹੀਂ ਆ, ਫਾਦਰਲੈਸ ਦੇ ਕਰਕੇ ਨਾਮ ਦੀ ਮਿਸਟੇਕ ਹੀ, ਉਹ ਜਮ੍ਹਾਂ ਕਰਾਉਣ ਤੋਂ ਬਾਅਦ ਸਾਨੂੰ 3 ਮਾਰਚ ਨੂੰ ਇੱਥੋਂ ਡਿਸਪੈਚ ਕਰਤਾ। 3 ਮਾਰਚ ਤੋਂ ਲੈ ਕੇ 2 ਮਹੀਨੇ ਪਿਛਲੇ 2 ਮਹੀਨੇ ਵਿੱਚ ਗਿਆ। 2 ਮਹੀਨੇ ਦੇ ਵਿੱਚ ਗੈਪ ਇਸ ਤਰੀਕੇ ਨਾਲ, ਕਿਉਂਕਿ ਇਨਕੁਆਇਰੀ ਕਰਦੀ ਹੈ ਨਾਲੇ ਗਲਕਾ ਖੇਡਦੇ ਨੇ, ਗਲਕਾ ਵੀ ਖੇਡਦੇ ਆ ਆਰਾਮ ਨਾਲ। ਤੇ ਇਨਕੁਆਇਰੀ ਦੇ ਕਰਕੇ 2 ਮਹੀਨੇ ਲੱਗ ਹੀ ਜਾਂਦੇ ਮੈਕਸੀਮਮ। 2 ਮਹੀਨੇ ਤੋਂ ਬਾਅਦ ਅਸੀਂ ਗਏ। 2 ਮਹੀਨੇ ਦਾ ਫਿਰ ਅੱਗੇ ਜਾ ਕੇ ਕਰੋਨਾ ਵਾਇਰਸ ਆ ਗਿਆ, ਲੋਕਡਾਊਨ ਲੱਗ ਗਿਆ। ਲੋਕਡਾਊਨ ਲੱਗਣ ਤੋਂ ਬਾਅਦ ਫਿਰ ਮਈ ਦੀ 4 ਨੂੰ ਟ੍ਰੇਨਿੰਗ ਸਟਾਰਟ ਹੋਈ। ਉਸ ਤੋਂ ਬਾਅਦ ਟ੍ਰੇਨਿੰਗ ਖਤਮ ਕਰਕੇ, ਹਾਫ ਟ੍ਰੇਨਿੰਗ ਖਤਮ ਕਰਕੇ ਮੈਂ ਤੁਹਾਡੇ ਸਾਹਮਣੇ ਬੈਠਾ। ਜ਼ਿੰਦਗੀ ਦੇ ਅੰਦਰ ਬੜੇ ਹੀ ਤਰੀਕੇ ਨਾਲ ਬੰਦਾ ਸਕਸੈਸ ਹੋ ਸਕਦਾ। ਫੌਜ ਦਾ ਮਾਨੀ ਜਾਂ ਵੀ ਕੋਈ ਹੋਰ ਹੀ ਫੌਜ ਨਾਲ ਲਿੰਕਡ ਜਿੰਨੀਆਂ ਵੀ ਆ ਕਹਿ ਸਕਦੇ ਆਪਾਂ, ਜਿੰਨੀਆਂ ਵੀ ਪੋਸਟਾਂ ਆ ਸਕਣ, ਕਿਤੇ ਵੀ ਬੰਦਾ ਸੈਟਅਪ ਹੋ ਜੇ। ਉਸ ਤੋਂ ਪਹਿਲਾਂ ਕਾਫੀ ਥਾਂ ਪੰਗੇ ਨਹੀਂ ਗੱਲ ਬਣੀ। ਫਿਰ ਜਾ ਕੇ ਲਾਈਫ ਅੱਜ ਸੈੱਟ ਹੋ ਚੁੱਕੀ ਹੈ ਤੇ ਵਰਦੀ ਮਿਲ ਚੁੱਕੀ, ਹਰ ਇੱਕ ਚੀਜ਼ ਹੋ ਚੁੱਕੀ ਹੈ। ਬਸ ਆਉਣ ਵਾਲੇ ਟਾਈਮ ਹਾਫ ਟ੍ਰੇਨਿੰਗ ਬੱਚਿਆਂ ਨੇ ਕੀਤੀ, ਹਾਫ ਟ੍ਰੇਨਿੰਗ ਰਹਿ ਚੁੱਕੀ, ਉਹ ਕਰਕੇ ਤੇ ਬਸ ਫਿਰ ਆਪਾਂ ਡਿਊਟੀ ਜੁਆਇਨ ਕਰ ਲੈਣੀ। 15 16 ਸਾਲ ਦੀ ਨੌਕਰੀ ਕਰਨੀ ਹੈ ਵਧੀਆ, ਕਿਉਂਕਿ ਮੇਰੇ ਲਈ ਤੇ ਬੜੀ ਵੱਡੀ ਸਕਸੈਸ ਹੀ ਕੁਝ ਬੰਦੇ ਕਹਿਣਗੇ ਵੀ ਨਹੀਂ ਯਾਰ ਫੌਜੀ ਦੇ ਬਹੁਤ ਜ਼ਿਆਦਾ ਆ ਇਦਾਂ ਫਲਾਟੀ, ਪਰ ਹਰ ਇੱਕ ਬੰਦੇ ਨਹੀਂ ਜਿੱਦਾਂ ਮੇਰੇ ਲਈ ਬੜੀ ਸਕਸੈਸ ਕਈਆਂ ਦੀ ਦਿਲ ਥੋੜੀ ਆ। ਮਤਲਬ ਯਾਰ ਜਿੱਦਾਂ ਇੱਕ ਹੁੰਦਾ ਨਾ ਕਿ ਬਿਲਕੁਲ ਹੀ ਥੱਲੇ ਉੱਠ ਕੇ ਉੱਪਰ ਤੱਕ ਜਾਣਾ, ਉਹ ਬੜਾ ਔਖਾ ਆ। ਸਾਡੇ ਅੱਖਾਂ ਤੋਂ ਅੱਖਾਂ ਦਾ ਬਾਹਰ ਨਹੀਂ ਕਹਿ ਨਹੀਂ ਸਕਦੇ ਵੀ ਗੱਲ ਕਰੋ ਅੱਗੇ ਮਹਾਰਾਜ ਨੇ ਸੁਣ ਲਈ ਹੈ।
ਦਈਏ ਜਾਂ ਆਪਣੀ ਮਿਹਨਤ ਕਹਿ ਦਈਏ, ਕੁਝ ਵੀ ਕਹਿ ਸਕਦੇ ਲਾਈਫ ਦੇ ਅੰਦਰ ਅੱਜ ਸਕਸੈਸ ਹੋ ਗਈ ਤੇ ਉਹਨਾਂ ਨੇ ਸਮਝ ਹੋ ਸਕਦਾ ਫੌਜ ਦੇ ਅੰਦਰ ਅਸੀਂ ਆਪਣਾ ਹੋਰ ਕੋਈ ਸਕਸੈਸ ਪਾਈਏ, ਆਪਣਾ ਰੈਂਕ ਵਧਾਈਏ ਜਾਂ ਕੁਝ ਵੀ ਕਰ ਸਕਦੇ ਹਾਂ। ਆਪਣੀ ਟੀਮ ਬਣਾ ਲੈ ਕਿਤੇ ਤੋਂ ਕੰਪਨੀ ਟੀਮ ਵੀ ਬਣਾ ਲਈ, ਕੁਝ ਵੀ ਹੋ ਸਕਦਾ ਹੈ। ਦੇਸ਼ ਦਾ ਸੇਵਾ ਕਰਨ ਦਾ ਮੌਕਾ ਕਿਸੇ ਨੂੰ ਮਿਲਦਾ ਹੈ, ਹਰ ਇੱਕ ਨੂੰ ਨਹੀਂ। ਸਹੀ ਤਰੀਕੇ ਨਾਲ ਸੇਵਾ ਕਰਨ ਦਾ ਸਹੀ ਤਰੀਕੇ ਨਾਲ, ਖਾਸ ਕਰਕੇ ਸਹੀ ਤਰੀਕੇ ਨਾਲ, ਕਿਉਂਕਿ ਹਰ ਇੱਕ ਬੰਦਾ ਸਹੀ ਤਰੀਕੇ ਨਾਲ ਨਹੀਂ ਕਰਦਾ। ਇਹ ਆ ਇੱਥੋਂ ਦੀ ਮੇਰੀ ਸਟੋਰੀ ਇਸ ਤੱਕ। ਤੇ ਜਿਹੜਾ ਕੋਈ ਕਿੱਦਾਂ ਸੀ ਜਿਹੜਾ ਮਤਲਬ ਕਰਨ ਡਿਆ ਫਿਲਹਾਲ ਵੀ ਮਿਹਨਤ ਲਾਉਂਦੇ ਆ ਜਿਹੜਾ ਤਿਆਰੀ ਕਰਦਾ ਪਿਆ ਵਾ ਜਾਂ ਦੌੜ ਕੱਢਦਾ ਉਹ ਮਿਹਨਤ ਲਾਉਣ ਦੀ ਤਿਆਰੀ ਤੇ ਚਲੋ ਠੀਕ ਆ, ਹਰ ਇੱਕ ਬੰਦਾ ਕਰਦਾ, ਅਸੀਂ ਵੀ ਕੀਤੀ ਆ, ਹੋਰ ਬੰਦੇ ਨੇ ਵੀ ਕੀਤੀ ਆ। ਜਿਹੜੇ ਮੇਰੇ ਨਾਲ ਨਹੀਂ ਭਰਤੀ ਹੋ ਪਏ, ਜਿਨ੍ਹਾਂ ਦੀ ਏਜ ਪਈ ਹੈ, ਮੈਂ ਤਾਂ ਇਹ ਗੱਲ ਕਹੂੰਗਾ ਵੀ ਗੱਲਾਂ ਦੋ, ਇੱਕ ਨਸ਼ਾ ਤੇ ਇੱਕ ਰਨਿੰਗ ਕਰਦੇ ਟਾਈਮ ਛੱਡਣੀ ਨਹੀਂ ਆ। ਜਦੋਂ ਬੰਦਾ ਖਲੋ ਗਿਆ, ਜੇ ਬੰਦਾ 5 ਕਿਲੋਮੀਟਰ ਲਾਉਣ ਡਿਆ, ਜੇ 2 ਕਿਲੋਮੀਟਰ ਲਾ ਕੇ ਖਲੋ ਗਿਆ, ਕਿੱਥੋਂ ਦੌੜ ਕਰ ਦੂਗਾ? ਕੋਈ ਹੁੰਦਾ ਆ ਕੋਈ ਰੁਕਣਾ ਨਹੀਂ। ਜਦੋਂ ਬੰਦਾ ਖਾਸ ਕਰਕੇ ਰੁਕਿਆ, ਉਹਦਾ ਸਾਹ ਕਿੱਦਾਂ ਪੱਕੂਗਾ, ਹਰ ਇੱਕ ਚੀਜ਼ ਦਾ ਕਿੱਦਾਂ ਕਲੀਅਰ ਸਟੈਮਿਨਾ ਨਹੀਂ ਬਣ ਸਕਦਾ। ਕਈ ਹੁੰਦੇ ਸਾਡੇ ਵਰਗੇ ਕਿ ਚਲੋ ਕੀ ਲੈਣਾ ਦੀ ਯਾਰ ਜੇ ਬੰਦਾ ਬੰਦਾ ਜਿਹੜਾ ਵਿਆਹ ਕਰਾਏ, ਹਾਂ ਦਲਜੀਤ ਭਾਜੀ ਜਿਹੜਾ ਮੈਂ ਕਹਿੰਦਾ ਹੋਵੇ ਬਸ ਇੰਨੇ ਕੀ ਵਿਚਾਰ ਆ ਆਪਣੇ, ਇੰਨਾ ਕੀ ਲਾਈਫ ਦੇ ਅੰਦਰ ਅਸੀਂ ਜੋਰ ਲਾਇਆ। ਗਾਂ ਹੋਰ ਵੀ ਕਿਤੇ ਲਾਵਾਂਗੇ ਜੇ ਆਪਣਾ ਲੈਵਲ ਚੁੱਕਣਾ ਹੈ, ਛਪਾਈ ਤੋਂ ਤਾਂ ਨੂੰ ਰੈਂਕ ਚੁੱਕਣਾ, ਫਿਰ ਤੇ ਲਾਉਣਾ ਹੀ ਪੈਣਾ ਹੈ। ਕਿਉਂਕਿ ਆਪਾਂ ਛੱਡੀ ਪੜ੍ਹਾਈ ਵੀ ਅਸੀਂ ਫੌਜ ਦੇ ਅੰਦਰ ਜਾ ਕੇ ਪੜ੍ਹਾਈ ਨਾ ਕਰਾਂਗੇ ਤੇ ਫੌਜ ਦੇ ਅੰਦਰ ਆ ਪੜ੍ਹਾਈ ਨਾ ਫਿਰ ਪੜ੍ਹਾਈ, ਉੱਥੇ ਫਿਰ ਪੜ੍ਹਾਈ, ਉੱਥੇ ਇਹਦੀ ਨੌਲੇਜ ਜੋ ਅਸੀਂ ਕਿਤਾਬਾਂ ਜਿੱਥੇ ਪੜ੍ਹ ਕੇ ਗਏ ਉਹਦੀ ਨੌਲੇਜ ਵੀ ਸਾਨੂੰ ਅੱਗੇ ਆ ਕੇ ਮਿਲੀ। ਫਿਰ ਦੁਬਾਰਾ ਜਿਹੜਾ ਮੈਥ ਦੁਬਾਰਾ ਰਿਪੀਟ ਹੋਇਆ, ਇੰਗਲਿਸ਼ ਦੁਬਾਰਾ ਰਿਪੀਟ ਹੋਈ ਹੈ, ਸਾਇੰਸ ਦੁਬਾਰਾ ਰਿਪੀਟ ਹੋਈ ਹੈ, ਜਨਰਲ ਨੌਲੇਜ ਦੁਬਾਰਾ ਰਿਪੀਟ ਹੋਈ, ਹਰ ਇੱਕ ਚੀਜ਼ ਦੁਬਾਰਾ ਰਿਪੀਟ ਉੱਥੇ ਜਾ ਕੇ ਹੋਈ। ਉਹਦੀ ਮੈਕਸਿਮਮ 80 ਮਿੰਟ ਦੀ ਕਲਾਸ ਲੱਗਦੀ, ਉੱਥੇ ਪੜ੍ਹਾਇਆ ਜਾਂਦਾ। ਇਹ ਨਹੀਂ ਹੈ ਵੀ ਫੌਜ ਅਨਪੜ੍ਹੀ ਤੁਰੀ ਫਿਰਦੀ, ਹੁਣ ਤੇ ਫੌਜ ਬਹੁਤ ਜ਼ਿਆਦਾ ਐਡਵਾਂਸ ਹੋ ਗਈ, ਬਹੁਤ ਜ਼ਿਆਦਾ। ਆਦੇ ਸਿਪਾਹੀ ਬੰਦਾ ਵੀ ਇੰਗਲਿਸ਼ ਕਰਦਾ ਹੈ, ਆਈਪੈਡ ਤੇ ਸਟੱਡੀ ਹੁੰਦੀ ਆਈਪੈਡ ਤੇ ਚਲੋ ਤੇ ਫੋਨ ਤੇ ਅਲਾਉਡ ਹੀ ਨਹੀਂ ਨਾ, ਗੇਮ ਫੋਨ ਬੰਦਾ ਚਲਾ ਹੀ ਨਹੀਂ ਸਕਦਾ। ਫੋਨ ਬਹੁਤ ਮੁਸ਼ਕਿਲ ਹੈ ਕੋਈ ਚਲਾਵੇ, ਨਹੀਂ ਔਖਾ ਹੈ ਫੋਨ ਦਾ। ਕਿੱਦਾਂ ਦਾ ਲੱਗਾ ਸਾਡੇ ਨਾਲ ਗੱਲਬਾਤ ਕਰ? ਬੜਾ ਵਧੀਆ ਲੱਗਿਆ। ਤੇ ਕੋਈ ਵੀ ਬੰਦਾ, ਮੈਂ ਇਹ ਨਹੀਂ ਚਾਹੁੰਦਾ ਵੀ ਮੈਂ ਇੱਕ ਫੌਜੀ ਬਣ ਚੁੱਕਿਆ, ਤੇ ਕੋਈ ਵੀ ਬੰਦਾ ਆਪਣੀ ਲਾਈਫ ਨੂੰ ਦੱਸ ਸਕਦਾ ਹੈ ਜਿਹੜੇ ਬੰਦੇ ਨੇ ਮਿਹਨਤ ਲਾਈ, ਦਿਲੋਂ ਜਿੰਦ ਜਾਨ ਲਾਈ ਹੈ। ਕਿਉਂਕਿ ਮੈਂ ਤੇ ਆਪਣੇ ਤਰੀਕੇ ਨਾਲ ਆਪਣੀ ਜਿੰਨੀ ਕਿ ਮੇਰੀ ਐਬਿਲਿਟੀ, ਜਿੰਨਾ ਕਿ ਮੈਂ ਸਕਸੈਸ ਪਾ ਸਕਦਾ, ਮੈਂ ਉਹ ਚੀਜ਼ ਦੱਸਦੀ ਹੈ ਤੁਹਾਨੂੰ ਵੀ ਮੈਂ ਇੰਨਾ ਐਫਰਟ ਲਾਇਆ ਤੇ ਅੱਗੇ ਵੀ ਲਾਉਂਦੇ ਰਹਾਂਗੇ। ਕਿਉਂਕਿ ਬੰਦਾ ਲਾਈਫ ਦੇ ਅੰਦਰ ਕੁਝ ਚੀਜ਼ਾਂ ਹੁੰਦੀਆਂ ਦੇ ਸਾਹਮਣੇ, ਉਹ ਹਰ ਇੱਕ ਚੀਜ਼ ਛੋਟੀ ਤੋਂ ਛੋਟੀ ਚਾਹੇ ਵੱਡੀ ਤੋਂ ਵੱਡੀ, ਉਹਨੂੰ ਸਕਸੈਸ ਹੀ ਮੰਨਦਾ ਹੈ। ਮੈਂ ਆਹ ਚੀਜ਼ ਕਰਦੀ ਹੈ, ਸਕਸੈਸ ਹੈ। ਜੇ ਬੰਦੇ ਨੇ 10ਵੀਂ ਪਾਸ ਕਰ ਲਈ ਜਾਂ +2 ਪਾਸ ਕਰ ਲਈ, ਉਹ ਕਹਿੰਦਾ ਮੈਂ ਸਕਸੈਸ ਹੈ, ਕਿਉਂਕਿ ਉਹਨੇ ਪਾਸ ਕਰ ਲਈ, ਉਹ ਚੀਜ਼ ਨੂੰ ਪਾ ਲਿਆ, ਏਮ ਆ। ਇਸ ਤਰੀਕੇ ਨਾਲ ਜੇ ਅੱਗੇ ਵੀ ਸਟੱਡੀ ਕਰੂਗਾ ਤੇ ਜੋ ਬੀਟੈਕ ਕਰਦਾ, ਮਾਸਟਰ ਡਿਗਰੀ ਕਰਦਾ, ਕੁਝ ਵੀ ਕਰਦਾ, ਬਥੇਰੀ ਸਟੱਡੀ ਆ, PhD ਕਰਦਾ, ਕੁਝ ਵੀ ਕਰਦਾ, ਉਹ ਚੀਜ਼ ਨੂੰ ਸਕਸੈਸ ਮੰਨਦਾ। ਗੱਲ ਏਮ ਦੀ ਹੈ, ਕਹਿੰਦਾ ਸਾਰੇ ਕਹਿ ਦਿੰਦੇ ਕਿ ਏਮ ਰੱਖੋ, ਪਰ ਰੱਖਦਾ ਕੋਈ ਹੈ। ਕਿਉਂਕਿ ਮੈਂ ਸ਼ੁਰੂ ਤੋਂ ਏਮ ਰੱਖਿਆ, ਮੈਂ ਹੁਣ ਹੀ ਆਰਮੀ 'ਚ। ਜੇ ਮੈਂ ਡਬਲ ਮਾਈਂਡਡ ਚੱਲਦਾ, ਨਹੀਂ ਆਰਮੀ 'ਚ ਨਹੀਂ, ਬਾਹਰ ਚੱਲ ਜਾਈਏ ਜਾਂ ਹੋਰ ਕੋਈ ਓਪਰਚੁਨਿਟੀ ਵੇਖ ਲਈਏ, ਜੇ ਕੁਝ ਵੀ ਮਿਲਦਾ ਹੈ ਜਾਂ ਬੈਂਕ 'ਚ ਚੱਲ ਜਾਈਏ ਵਗੈਰਾ ਵਗੈਰਾ, ਪਰ ਨਹੀਂ, ਸਿਰਫ ਓਨਲੀ ਤਾਂ ਕਿਤੇ ਨਾ ਕਿਤੇ ਜਾ ਕੇ ਜਿਹੜਾ ਮੈਂ 1 ਸਾਲ ਭੰਨਿਆ ਆਪਣਾ ਨੈਟਵਰਕਿੰਗ ਮਾਰਕੀਟਿੰਗ, ਉਹ ਸਿਰਫ ਇੱਕ ਪੈਸੇ ਨੂੰ ਲੈ ਕੇ ਭੰਨਿਆ। ਕਿਉਂਕਿ ਘਰ ਦੇ ਹਾਲਾਤ ਹੀ ਇੱਦਾਂ ਦੇ, ਠੀਕ ਹੈ ਨਾ, ਘਰ ਦੇ ਹਾਲਾਤ ਹੀ ਇੱਦਾਂ ਦੇ ਵੀ ਚੱਲ ਪੈਸਾ ਯਾਰ ਇਹ ਭਰਤੀ ਨਹੀਂ ਹੋ ਪਾਉਂਦੇ, ਸਿਰਫ ਕਿਉਂਕਿ ਪੈਸਾ ਵੀ ਹੁੰਦਾ ਆ, ਏਮ ਵੀ ਹੁੰਦਾ, ਪਰ ਫਿਰ ਵੀ ਉੱਥੇ ਮਨ ਨਹੀਂ ਟਿਕਿਆ। 6-7 ਮਹੀਨੇ ਟਾਈਮ ਲਾਇਆ ਤੇ ਫਿਰ ਵੀ ਨਹੀਂ ਯਾਰ, ਭਰਤੀ ਜਦੋਂ ਆਰਮੀ ਦੀ ਉੜੇ ਵੇਖਣੀ ਆ, ਆਰਮੀ ਫਿਰ ਜਾ ਕੇ ਅੱਜ ਸਕਸੈਸ ਪਾ ਚੁੱਕੇ ਹਾਂ। ਬੜਾ ਵਧੀਆ ਲੱਗ ਰਿਹਾ ਭਰਾਵਾ, ਕੀ ਦੱਸ ਕਿੰਨਾ ਦੁਖੀ ਕਿਉਂ ਹੁੰਨਿਆ ਉਮੀਦ ਆਉਣ ਹੀ ਨਹੀਂ ਲੱਗਦਾ। ਚਲੋ ਵਧੀਆ ਲੱਗਾ, ਲੇਟ ਮੀਟਿੰਗ ਹੋ ਗਈ, ਸਾਨੂੰ ਵੀ ਗੱਲ ਕਰਕੇ ਬਹੁਤ ਵਧੀਆ ਲੱਗਾ। ਕਾਫੀ ਟਾਈਮ ਬਾਅਦ ਇੱਕ ਵੀਡੀਓ ਅੱਜ ਬਣਾਈ ਆਪਾਂ, ਤੇ ਜੇ ਸਕਸੈਸਫੁਲ ਅਸੀਂ ਵੀ ਹੋ ਗਏ ਆਪਣੇ YouTube ਚੈਨਲ ਤੇ, ਫਿਰ ਹੋਰ ਵੀਡੀਓ ਲੈ ਕੇ ਆਵਾਂਗੇ, ਹੋਰ ਆਪਾਂ ਮੀਟਿੰਗ ਕਰਾਂਗੇ ਜਿਹੜੇ ਲੋਕ ਸਕਸੈਸਫੁਲ ਹੋ ਚੁੱਕੇ ਨੇ, ਤੇ ਉਹਨਾਂ ਦੀ ਜਰਨੀ ਸ਼ੇਅਰ ਕਰਾਂਗੇ ਤੁਹਾਡੇ ਨਾਲ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜਾਂ ਤੁਹਾਨੂੰ ਕੁਝ ਵੀ ਇਹਦੇ ਵਿੱਚੋਂ ਸਿੱਖਣ ਨੂੰ ਮਿਲਿਆ, ਤਾਂ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਓ, ਤੇ ਅਸੀਂ ਹੋਰ ਵੀ ਇੱਦਾਂ ਦੀਆਂ ਹੀ ਵੀਡੀਓਜ਼ ਲੈ ਕੇ ਤੁਹਾਡੇ ਕੋਲ ਆਵਾਂਗੇ। ਮਤਲਬ ਮੇਨ ਆਪਣਾ ਇਹ ਹੈ ਕਿ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਸਿੱਖਦੇ ਪਏ ਹਾਂ, ਜੋ ਵੀ ਅਸੀਂ ਆਪਣੀ ਲਾਈਫ ਦੇ ਵਿੱਚ ਸਿੱਖਦੇ ਪਏ ਹਾਂ, ਉਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰੀਏ ਕਿ ਤੁਹਾਡੀ ਲਾਈਫ ਦੇ ਵਿੱਚ ਵੀ ਕੁਝ ਵਾਧਾ ਹੋ ਸਕੇ।
ਤੇ ਅਗਲੀ ਵੀਡੀਓ ਜਲਦੀ ਮਿਲਾਂਗੇ। ਸਬਸਕ੍ਰਾਈਬ ਕਰੋ ਹੁਣੇ ਪਹਿਲਾਂ ਸਬਸਕ੍ਰਾਈਬ, ਫਿਰ ਉਸ ਤੋਂ ਬਾਅਦ ਵੀਡੀਓ ਦੇਖਣੀ। ਪਹਿਲਾਂ ਸਬਸਕ੍ਰਾਈਬ ਕਰੋ, ਲਾਈਕ ਕਰੋ ਵੀਡੀਓ ਨੂੰ, ਬਾਕੀ ਕੰਮ ਸਾਰੇ ਬਾਅਦ ਚ। ਪਹਿਲਾਂ ਸਬਸਕ੍ਰਾਈਬ ਕਰੋ, ਹੁਣੇ ਕਰੋ।